जुग जुग टल चबर छत्र तख्त दे मालक गुरता गद्दी ते विराजमान दसां पातशाहियां दी जागदी जोत हाजर नाजर प्रतख सतगुरु साहिब श्री गुरु गोबिंद सिंह जी महाराज उन्हां दे महान पावन पवित्र स्थान गुरुद्वारा नाडा साहिब विखे अपनियां हाजरियां लवा रहे गुरु सवारे खालसा जी। आप जी वडभागे हो जो गुरु चरना विच बैठ के इलाही अमृतमयी पावन पवित्र गुरबाणी दी शब्द विचार नाल जुड़ रहे हो। गुरु जी का पावन उपदेश भी है मन रे साचा गोह विचारा राम नाम बिन मिथ्या मानो सागरो एहो संसारा। नौवें पातशाह गुरु तेग बहादुर जी कहते हैं मन नूं संबोधन करके कि अपने मन नूं समझाओ ते मन नूं अपने नूं कहो कि सच दी विचार नाल जुड़ जाए। विचारां ते असीं करी जाने आ रोज, जिन्हों मर्जी सुन लो, हर कोई अपनी विचार देंदा है, पर गुरु तेग बहादुर साहब महाराज कहते सच दी विचार ग्रहण करो। ते वो की है? वो है निज अभ्यास सिमरन, शब्द अभ्यास, शब्द साधना, सुरती का मार्ग। कहते उस तो बिना बाकी दियां जिन्नियां भी विचारां हन, राम नाम बिन मिथ्या जान मानो सागरो इहो संसारा। परमात्मा दे नाम तो बिना संसार दियां सारियां जिन्नियां वस्तुआं हन इन्हां नूं मिथ्या महाराज ने आख्या। मिथ्या जाको जोगी खोज तहारे पायो नाहे तिह पारा, सो स्वामी तुम निकट पछानो रूप रेख ते न्यारा। गुरु तेग बहादुर साहब महाराज कहते वो परमात्मा अकाल पुरख वाहिगुरु जोगी लोग भी उन्होंने लभदे फिरदे खोजदे फिरदे यतन करते फिर रहे, पर जोगियां ने उहदा पार नहीं पाया। पावे भी किवें? जे कोई आखे कि घर बार छड्ड के शरीर ते सवा मल के गुफावां विच रह के खौरे पहाड़ां विच रब होवे, जिन्हों घरे नहीं लभ्या पहाड़ां च कित्थे लभना। गुरु जी कहते सो स्वामी तुम निकट पछानो रूप रेख ते न्यारा। ये विचार करो परमात्मा नेड़े ही है, ਉਹਦਾ कोई विशेष रूप नहीं, विशेष कोई रेखा नहीं, चिन्ह नहीं। जेड़ा ऐसा परमात्मा है पावन नाम जगत में हर को कबहू ना है संभारा। वाहिगुरु का नाम बड़ा पावन पवित्र है, पर अपने मन अंदर झाती मार के वेखिए कि इन्ना पावन पवित्र नाम है कदे भी असी याद नहीं किया, कदे भी उन्हें संभालिया नहीं, निज अभ्यास विच बैठे नहीं, सिमरन वाल जुड़े नहीं। और गुरु जी समझाते हैं नानक शरण परयो जग बंधन राखो बिरद तुहारा।
ਬੇਨਤੀ ਕਰੀਏ ਪਾਤਸ਼ਾਹ ਜੀ ਨੂੰ, ਹੈ ਮਹਾਰਾਜ ਮੈਂ ਆਪ ਦੀ ਸ਼ਰਨ ਆਇਆ ਹਾਂ। ਜਗਤ ਦੇ ਬੰਦਨੀਏ ਬੰਦਨਾ ਜੋਗ ਹੈ ਪ੍ਰਮਾਤਮਾ, ਮੈਨੂੰ ਆਪਣੀ ਸ਼ਰਨ ਵਿੱਚ ਰੱਖ। ਤੇਰੇ ਲੜ ਲੱਗਿਆ ਹਾਂ। ਜਿਹੜਾ ਤੇਰੇ ਲੜ ਲੱਗਦਾ ਹੈ ਉਹਦੀ ਤੈਨੂੰ ਲਾਜ ਹੈ। ਇਸ ਤਰੀਕੇ ਦਾ ਜੀਵਨ ਆਪਣਾ ਅਪਣਾ ਤੇ ਸੱਚ ਦੀ ਵਿਚਾਰ ਨਾਲ ਜੁੜ ਜਾ। ਇਹ ਅਸਲ ਜੀਵਨ ਹੈ। ਇਹ ਗੁਰੂ ਜੀ ਸਮਝਾਉਂਦੇ ਹਨ। ਪਰ ਮਨੁੱਖ ਕਿੱਥੇ ਸਮਝਦਾ ਹੈ। ਮਾਇਆਵੀ ਖੇਡਾਂ ਰੰਗ ਬਿਰੰਗ ਆਪਣੇ ਵਿੱਚ ਉਲਝਾਈ ਫਿਰਦੇ। ਗੁਰੂ ਜੀ ਬਾਣੀ ਵਿੱਚ ਦੱਸਦੇ ਹਨ, ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਿਹ ਤਿਹ ਆਪ ਬੰਧਾਇਓ। ਮਨ ਭੁੱਲਿਆ ਪਿਆ ਹੈ ਤੇ ਮਾਇਆ ਵਿੱਚ ਇੰਨਾ ਉਲਝ ਗਿਆ ਕਿ ਜਿਹੜੇ ਕਰਮ ਵਿੱਚ ਲੱਗਿਆ ਹੋਇਆ ਹੈ ਉੱਥੇ ਹੀ ਫਸ ਕੇ ਰਹਿ ਗਿਆ। ਇਹਨੂੰ ਸਮਝ ਨਹੀਂ ਪੈ ਰਹੀ। ਸਮਝ ਨਾ ਪਰੀ ਬੇਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ, ਸੰਗ ਸੁਆਮੀ ਸੋ ਜਾਣਿਓ ਨਾਹਿਨ, ਬਨ ਖੋਜਨ ਕੋ ਧਾਇਓ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਪ੍ਰਮਾਤਮਾ ਹਮੇਸ਼ਾ ਨਾਲ ਹੈ ਉਹਨੂੰ ਜਾਣਨ ਦਾ ਯਤਨ ਨਹੀਂ ਕਰਦਾ। ਰਾਮ ਨਾਮ ਪ੍ਰਮਾਤਮਾ ਦਾ ਹੈ, ਜਿਹੜਾ ਉਹਨੂੰ ਜਪਦਾ ਨਹੀਂ। ਰਤਨ ਰਾਮ ਘਟ ਹੀ ਕੇ ਭੀਤਰ, ਤਾ ਕੋ ਗਿਆਨ ਨਾ ਪਾਇਓ, ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਕਿੰਨਾ ਸਾਰਥਕ ਉਪਦੇਸ਼ ਗੁਰੂ ਤੇਗ ਬਹਾਦਰ ਜੀ ਦੇ ਰਹੇ ਹਨ। ਕਹਿੰਦੇ ਪ੍ਰਮਾਤਮਾ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜਨਮ ਵਿਅਰਥ ਜਾ ਰਿਹਾ ਹੈ। ਤੇ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਹੋ ਗਈ, ਫਿਰ ਉਹਨਾਂ ਦੇ ਅੰਦਰ ਪਿਆਸ ਜਾਗ ਗਈ। ਜੋ ਅੱਜ ਦਾ ਸ਼ਬਦ ਹੈ ਨਾ, ਅੰਮ੍ਰਿਤਮਈ ਹੁਕਮ ਗੁਰੂ ਪਾਤਸ਼ਾਹ ਨੇ ਬਖਸ਼ਿਆ ਹੈ, ਜੈਤ ਸ੍ਰੀ ਮਹੱਲਾ ਪੰਜਵਾ, ਕੋਈ ਜਨ ਹਰਸਿਉ ਦੇਵੈ ਜੋਰ। ਇਹ ਉਸ ਅਭਿਆਸੀ, ਉਸ ਗੁਰਮੁਖ, ਉਸ ਜਗਿਆਸੂ ਦੀ ਅੰਦਰ ਦੀ ਅਵਸਥਾ ਹੈ। ਉਹੀ ਇਹ ਬੇਨਤੀ ਕਰ ਸਕਦਾ ਜਿਹਦੇ ਅੰਦਰ ਪਿਆਸ ਜਾਗ ਗਈ। ਜਿਹੜਾ ਗੁਰਮੁਖ ਪਿਆਰਾ ਇਸ ਅਵਸਥਾ ਵਿੱਚ ਵਿਚਰਦਾ ਹੈ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਉ ਆਨੰਦ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਗੁਰੂ ਜੀ ਕਹਿੰਦੇ ਨੇ, ਮੇਰੇ ਅੰਦਰ ਤੇ ਦਰਸ਼ਨਾਂ ਦੀ ਪਿਆਸ ਲੱਗ ਗਈ। ਦਿਨ ਰਾਤ ਚਿਤਵਉ ਆਨੰਦ ਨੀਤ, ਹਰ ਰੋਜ਼ ਨਿਤ ਹੀ ਉਹਦੀ ਯਾਦ ਵਿੱਚ, ਯਾਦੇ ਉਸ ਦੀ ਯਾਦ ਵਿੱਚ ਜੀਵਨ ਜਿਉਣਾ। ਬੇਨਤੀ ਕਰਨੀ, ਦਰਵਾਜ਼ੇ ਖੋਲ, ਮੇਰੀ ਅਕਲ ਦੇ, ਮੇਰੀ ਸੁਰਤ ਦੇ ਅੱਗੇ ਪਰਦਾ ਜੋ ਹੈ ਮਾਇਆ ਦਾ, ਇਸ ਪਰਦੇ ਨੂੰ ਪਰਾਂ ਹਟਾ ਦੇ, ਆਪਣੇ ਨਾਲ ਮਿਲਾ। ਹੇ ਗੁਰੂ ਮੇਰੇ ਉੱਤੇ ਕਿਰਪਾ ਕਰ। ਹੇ ਗੁਰੂ ਸਾਹਿਬ ਜੀਓ, ਮੇਰੇ ਅੱਗੋਂ, ਮੇਰੇ ਨੇਤਰਾਂ ਦੇ ਅੱਗੋਂ ਪਰਦੇ ਦੂਰ ਕਰ ਦੇ। ਜਿਹਦੇ ਅੰਦਰ ਪਿਆਸ ਜਾਗ ਜਾਂਦੀ, ਉਹਦੀ ਦਸ਼ਾ ਹੁੰਦੀ, ਉਹ ਬੇਨਤੀਆਂ ਕਰਦਾ ਪ੍ਰਮਾਤਮਾ ਅੱਗੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਇਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋਜੰਤੀ ਆ, ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀਜੈ। ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਿਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਭੁਜੰਤੀਆ। ਉਹਦੇ ਅੰਦਰ ਇੱਛਾ ਹੁੰਦੀ ਹੈ, ਹੇ ਪ੍ਰਮਾਤਮਾ ਮੇਰੀ ਬੇਨਤੀ ਸੁਣ ਲੈ, ਮੈਂ ਕੇਵਲ ਤੈਨੂੰ ਲੱਭਦੀ ਫਿਰਦੀ ਹਾਂ, ਖੋਜਦੀ ਫਿਰਦੀ ਹਾਂ।
ਉਹਦਾ ਕੋਈ ਰਾਹ ਦੱਸੇ, ਤਿਸ 10 ਪਿਆਰੇ ਪੁਸ ਪਿਆਰੇ ਦੀ ਕੋਈ ਦੱਸ ਪਾਵੇ ਸੁਨੇਹਾ ਦੇਵੇ। ਸਿਰ ਧਰੀ ਉਤਾਰੇ, ਉਹਦੇ ਅੱਗੇ ਮੈਂ ਆਪਣਾ ਸਿਰ ਵੀ ਰੱਖਣ ਨੂੰ ਤਿਆਰ ਹਾਂ, ਲਾ ਕੇ ਸਿਰ ਰੱਖਣ ਨੂੰ ਤਿਆਰ ਹਾਂ, ਕੋਈ ਉਹਦਾ ਸੁਨੇਹਾ ਦੇਵੇ। ਇੱਕ ਭੋਰੀ ਦਰਸ਼ਨ ਦੀਜੈ ਕਿਤੇ, ਇੱਕ ਖਿਨ ਇੱਕ ਪਲ ਲਈ ਉਹਦਾ ਦੀਦਾਰ ਨਸੀਬ ਹੋ ਜਾਏ, ਉਹਦੇ ਲਈ ਆਪਣਾ ਸਿਰ ਦੇਣ ਨੂੰ ਵੀ ਤਿਆਰ ਹਾਂ। ਕਿਉਂਕਿ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤਰੀਜੈ। ਮੇਰੇ ਨੈਣ ਮੇਰੇ ਨੇਤਰ ਪਿਆਰੇ ਦੇ ਰੰਗ ਵਿੱਚ ਰੰਗੇ ਗਏ ਹਨ, ਤੇ ਮੇਰੇ ਨੇਤਰ ਇੱਕ ਤਿਲ ਮਾਤਰ ਵੀ ਧੀਰਜ ਵਿੱਚ ਨਹੀਂ ਆਉਂਦੇ, ਟਿਕਦੇ ਨਹੀਂ। ਇਹਨਾਂ ਨੂੰ ਕੋਈ ਆਖੇ ਕਿ ਇਹ ਨੇਤਰੋ ਇਹ ਅੱਖੀਓ ਤੁਸੀਂ ਕਿੱਧਰ ਲੱਗ ਗਈਆਂ, ਕਿਹੜੀ ਚਾਹਨਾ ਵਿੱਚ ਲੱਗੀਆਂ, ਨਾ ਇਹ ਇੱਛਾ ਜ਼ਾਹਿਰ ਕਰੋ, ਨਾ ਇਹ ਖਾਹਿਸ਼ ਰੱਖੋ ਕਿ ਪ੍ਰਮਾਤਮਾ ਦੇ ਦੀਦਾਰ ਪਾਉਣੇ ਭੁੱਲ ਜਾਓ। ਇੰਨੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ, ਇੱਕ ਤਿਲ ਮਾਤਰ ਵੀ ਧੀਰਜ ਨਹੀਂ। ਉਹਦੇ ਪਿੱਛੇ ਕਾਰਨ ਹੈ ਕਿ ਮਨ ਪ੍ਰਮਾਤਮਾ ਨਾਲ ਜੁੜ ਗਿਆ, ਸ਼ਬਦ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ, ਮੰਜ਼ਿਲ ਵੱਲ ਚੱਲ ਪਿਆ। ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ, ਜਿਵੇਂ ਜਲ ਪਾਣੀ ਦੇ ਨਾਲ ਸਨੇਹ ਕਰਦੀ ਹੈ, ਜਾਂ ਜਿਵੇਂ ਚਾਤਰਿਕ ਜਿਹਨੂੰ ਪਪੀਹਾ ਕਹਿੰਦੇ ਹਨ, ਪਪੀਹਾ ਸ਼ਾਂਤੀ ਬੂੰਦ ਦੀ ਅੰਦਰ ਇੱਛਾ ਰੱਖਦਾ ਹੈ, ਸ਼ਾਂਤੀ ਬੂੰਦ ਤੋਂ ਬਿਨਾਂ ਪਪੀਹੇ ਦਾ ਜੀਵਨ ਔਖਾ ਹੈ। ਚਾਤਰਿਕ ਜਿਵੇਂ ਤਿਸੰਤੀ ਆ, ਇਸ ਤਰੀਕੇ ਗੁਰਮੁਖ ਦੇ ਅੰਦਰ ਵੀ ਪਿਆਸ ਜਾਗ ਗਈ। ਪ੍ਰਭ ਮਿਲਵੇ ਕੀ ਪਿਆਸ ਮਨ ਲਾਗੀ। ਤੇ ਫਿਰ ਜਦੋਂ ਇੱਦਾਂ ਦੀ ਪਿਆਸ ਜਾਗਦੀ, ਫਿਰ ਪੂਰਾ ਗੁਰੂ ਮਿਲਦਾ ਵੀ ਹੈ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀ ਆ। ਫਿਰ ਪਿਆਸ ਸਾਰੀ ਬੁਝ ਜਾਂਦੀ, ਸਾਧ ਸੰਗਤ ਪ੍ਰਾਪਤੀ ਹੋ ਜਾਂਦੀ ਹੈ। ਅੱਜ ਦੇ ਸ਼ਬਦ ਦੇ ਅੰਦਰ ਐਸੇ ਗੁਰਮੁਖ ਦੀ ਅਵਸਥਾ ਬਿਆਨ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੇ। ਕਹਿੰਦੇ ਜੈਤ ਸ੍ਰੀ ਮਹੱਲਾ ਪੰਜਵਾ, ਜੈਤ ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਗੁਰਮੁਖ ਪਿਆਰਾ ਹੋਵੇ, ਐਸਾ ਕੋਈ ਜਨ ਹੋਵੇ ਜਿਹੜਾ ਪ੍ਰਮਾਤਮਾ ਨਾਲ ਜੋੜ ਦੇਵੇ। ਕੋਈ ਗੁਰਮੁਖ, ਕੋਈ ਜਨ, ਕੋਈ ਸਾਧੂ ਜੀਵਨ ਵਿੱਚ ਮਿਲੇ, ਜਿਹੜਾ ਰੱਬ ਦੇ ਰਾਹ ਤੇ ਪਾ ਦੇਵੇ, ਮੁਰਸ਼ਿਦ ਮਿਲ ਜਾਵੇ, ਪੂਰਾ ਗੁਰੂ ਮਿਲ ਜਾਵੇ, ਜਿਹੜਾ ਪ੍ਰਮਾਤਮਾ ਨਾਲ ਮੈਨੂੰ ਜੋੜ ਦੇਵੇ। ਗੋਬਿੰਦ ਜੀਵਨ ਪ੍ਰਾਨ ਧਨ ਰੂਪ, ਗੋਬਿੰਦ ਪ੍ਰਮਾਤਮਾ ਮੇਰੇ ਜ਼ਿੰਦਗੀ ਦਾ, ਮੇਰੇ ਪ੍ਰਾਣਾਂ ਦਾ ਧਨ ਹੈ, ਅਸਲ ਧਨ ਹੈ। ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਮੇਰੇ ਜੀਵਨ ਪ੍ਰਾਣਾਂ ਦਾ ਧਨ ਹੈ। ਜਿਵੇਂ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਦੀ ਕਮਾਈ ਕੀਤੀ ਹੋਵੇ, ਉਹ ਬੰਦੇ ਦਾ ਧਨ ਇਕੱਠਾ ਕੀਤਾ ਹੋਵੇ, ਤੇ ਉਹਨੂੰ ਆਪਣੇ ਧਨ ਦੀ ਚਾਹਨਾ ਰਹਿੰਦੀ ਨਾ, ਮੇਰਾ ਧਨ ਕਿੱਥੇ ਹੈ। ਇਸੇ ਤਰੀਕੇ ਗੁਰਮੁਖ, ਜਿਹੜਾ ਗੁਰਮੁਖ ਹੈ, ਗੁਰਸਿੱਖ ਹੈ, ਉਹਦੇ ਲਈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦੀ ਪੂੰਜੀ ਹੈ, ਰਾਸ ਹੈ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਗੁਰਸਿੱਖ ਨੂੰ ਹੁੰਦਾ ਹੈ। ਉਹਦੇ ਲਈ ਪ੍ਰਮਾਤਮਾ ਹੀ ਰਾਸ ਹੈ, ਪੂੰਜੀ ਹੈ। ਇਸ ਲਈ ਉਹ ਇੱਛਾ ਕਰਦਾ ਹੈ, ਚਾਹੁੰਦਾ ਹੈ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਤੇ ਦੁਨੀਆ ਤੇ ਹੋਏਗਾ ਜਿਹੜਾ ਪ੍ਰਮਾਤਮਾ ਨਾਲ ਜੋੜ ਦੇਵੇ। ਵੱਡੀ ਵੱਡੀ ਲੋੜ ਹੈ ਜੀਵਨ ਦੇ ਵਿੱਚ ਗੁਰਮੁਖਾਂ ਦੀ, ਸਾਧੂਆਂ ਦੀ। ਭਗਤ ਕਬੀਰ ਜੀ ਕਹਿੰਦੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ।
ਦੋ ਜੀਵਨ ਵਿੱਚ ਚਾਹੀਦੇ ਆ। ਜਿਨ੍ਹਾਂ ਦੇ ਹੈ ਭਾਗਾਂ ਵਾਲੇ ਹੈ, ਤੇ ਨਹੀਂ ਹੈ ਤੇ ਜੀਵਨ ਵਿੱਚ ਚਾਹੀਦੇ ਇੱਕ ਸੰਤ ਤੇ ਇੱਕ ਪ੍ਰਮਾਤਮਾ ਦਾ ਨਾਮ। ਕਹਿੰਦੇ ਜੀ ਕਿਉਂ? ਕਹਿੰਦੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਰਾਮ ਤੇ ਅੰਤ ਨੂੰ ਮੁਕਤੀ ਦਿੰਦਾ ਹੈ, ਤੇ ਉਦੋਂ ਪਹਿਲਾਂ ਮੁਕਤੀ ਤੋਂ ਪਹਿਲਾਂ ਸੰਤ ਚਾਹੀਦਾ ਹੁੰਦਾ। ਸੰਤ ਹੀ ਨਾਮ ਵਾਲੇ ਪਾਸੇ ਲਾਉਂਦਾ ਹੈ, ਸੰਤ ਹੀ ਪ੍ਰਮਾਤਮਾ ਨਾਲ ਜੋੜਦਾ ਹੈ, ਸਾਧੂ ਹੀ ਜੀਵਨ ਦੀ ਸਹੀ ਪਹਿਚਾਣ ਕਰਾਉਂਦਾ ਹੈ। ਉਹਨੂੰ ਸੰਤ ਕਹਿ ਲਓ, ਉਹਨੂੰ ਗੁਰਮੁਖ ਕਹਿ ਲਓ, ਉਹਨੂੰ ਭਾਈ ਕਹਿ ਲਓ, ਉਹਨੂੰ ਭਗਤ ਕਹਿ ਲਓ, ਉਹਨੂੰ ਗੁਰਭਾਈ ਕਹਿ ਲਓ। ਉਹਦੇ ਵੱਖੋ ਵੱਖਰੇ ਨਾਮ ਹਨ, ਵੱਖੋ ਵੱਖਰੀਆਂ ਪਹਿਚਾਨਾਂ ਹਨ, ਵੱਖੋ ਵੱਖਰੀਆਂ ਸੰਗਿਆਵਾਂ ਹਨ। ਨਾਮ ਕਿੰਨੇ ਵੀ ਹੋ ਸਕਦੇ, ਪਰ ਹੈ ਉਹ ਜਿਹੜਾ ਪਰਮਾਤਮਾ ਨਾਲ ਜੋੜ ਦੇਵੇ। ਸੰਤ ਹੈ, ਗੁਰਮੁਖ ਹੈ, ਭਗਤ ਹੈ, ਜਨ ਹੈ, ਪਰਮਾਤਮਾ ਦਾ ਪਿਆਰਾ ਹੈ, ਗੁਰੂ ਵੀ ਹੈ। ਐਸਾ ਕੋਈ ਜੀਵਨ 'ਚ ਮਿਲੇ, ਜ਼ਰੂਰੀ ਹੈ, ਲੋੜੀਂਦਾ। ਕੋਈ ਜਨ ਹਰ ਸਿਉਂ ਦੇਵੈ ਜੋਰ, ਹਰੀ ਨਾਲ ਪ੍ਰਮਾਤਮਾ ਨਾਲ ਮੈਨੂੰ ਜੋੜ ਦੇਵੇ। ਕੋਈ ਤੇ ਹੋਵੇ ਜਿਹੜਾ ਉਹਦੇ ਵੱਲ ਮੈਨੂੰ ਪ੍ਰੇਰ ਦੇਵੇ, ਮੈਨੂੰ ਜੋੜ ਦੇਵੇ, ਉਧਰ ਨੂੰ ਲਾ ਦੇਵੇ। ਬੜੇ ਜੀਵਨ ਵਿੱਚ, ਇਤਿਹਾਸ ਵਿੱਚ ਐਸੇ ਗੁਰਮੁਖਾਂ ਦਾ ਜੀਵਨ ਮਿਲਦਾ ਹੈ ਕਿ ਟੁੱਟਿਆਂ ਹੋਇਆਂ ਨੂੰ ਗੁਰਮੁਖਾਂ ਨੇ ਪਰਮਾਤਮਾ ਨਾਲ, ਗੁਰੂ ਨਾਲ ਕਿਵੇਂ ਜੋੜਿਆ। ਬੜੇ ਵੱਡੇ ਨਾਸਤਿਕ ਤੋਂ ਨਾਸਤਿਕ, ਭੈੜੇ ਤੋਂ ਭੈੜੇ ਬੰਦੇ, ਉਹਨਾਂ ਦਾ ਜੀਵਨ ਗੁਰਮੁਖਾਂ ਦੀ ਸੰਗਤ ਦੇ ਨਾਲ ਬਦਲ ਗਿਆ। ਇੱਕ ਚੋਰ ਹੈ, ਚੋਰੀ ਕਰਦਾ ਹੈ, ਚੋਰੀ ਦੀ ਬੜੀ ਭੈੜੀ ਆਦਤ ਹੈ। ਚੋਰ ਬਹੁਤ ਗੁਨਾਹਗਾਰ ਹੈ। ਗੁਰਬਾਣੀ ਨੇ ਆਖਿਆ, ਚੋਰ ਕੀਆ ਚੰਗਾ ਕਿਉ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਚੋਰ ਬੰਦਾ ਜਿਹੜਾ ਕੰਮ ਕਰਦਾ, ਚੋਰੀ ਬਹੁਤ ਮਾੜੀ ਹੈ। ਚੋਰ ਦੀ ਹਾਮਾ ਕੋਈ ਨਹੀਂ ਭਰਦਾ, ਚੋਰ ਦੇ ਪਿੱਛੇ ਕੋਈ ਨਹੀਂ ਖੜਦਾ। ਚੋਰ ਨੇ ਜੋ ਕੰਮ ਕੀਤਾ ਉਹ ਚੰਗਾ ਨਹੀਂ। ਚੋਰ ਯਾਰ ਜੁਆਰ ਤਿਲ ਪੀੜੇ ਕਹਾਣੀਆਂ, ਚੋਰਾਂ ਨੂੰ, ਯਾਰੀਆਂ ਨਿਭਾਉਣ ਵਾਲਿਆਂ ਨੂੰ, ਗਲਤ ਮਾਰਗ ਤੇ ਚੱਲਣ ਵਾਲਿਆਂ ਨੂੰ, ਜਾਂ ਚੋਰਾਂ ਦੀ ਯਾਰੀ ਕਰਨ ਵਾਲਿਆਂ ਨੂੰ, ਉਹਨਾਂ ਨੂੰ ਤੇ ਜਿਵੇਂ ਤਿਲ ਕਹਾਣੀ 'ਚ ਪੀੜ ਦਿੱਤੇ ਜਾਂਦੇ ਆ, ਉਹ ਪੀੜਿਆ ਜਾਂਦਾ। ਪਰ ਇਤਿਹਾਸ ਗਵਾਹ, ਇੱਕ ਦਿਨ ਇੱਕ ਚੋਰ ਨੇ ਕਿਸੇ ਪਿੰਡ ਵਿੱਚ ਗਿਆ ਤੇ ਗਾਵਾਂ ਮੱਝਾਂ ਪਿੰਡ ਦੇ ਲੋਕਾਂ ਦੀਆਂ ਚੁਰਾ ਲਈਆਂ, ਚੋਰੀ ਕਰ ਲਈਆਂ ਰਾਤ ਨੂੰ। ਚੁਰਾ ਕੇ ਰਾਤ ਨੂੰ ਤੇ ਚੱਲ ਪਿਆ। ਪਿੰਡ ਦੇ ਲੋਕ, ਕਿਤੇ ਖਬਰ ਲੱਗ ਗਈ, ਪਿੰਡ ਦੇ ਲੋਕ ਇਕੱਠੇ ਹੋ ਕੇ ਪਿੱਛੇ ਪੈ ਗਏ। ਪਿੱਛੇ ਪਏ, ਪੈੜ ਦੱਬ ਲਈ, ਭੱਜੇ, ਪਹੁੰਚਣ ਵਾਲੇ ਸਨ। ਚੋਰ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਹੁਣ ਤੇ ਮਾਰਿਆ ਜਾਵਾਂਗਾ, ਲੋਕਾਂ ਨੇ ਮੈਨੂੰ ਮਾਰ ਦੇਣਾ। ਉਹਨੇ ਜਿਹੜੀਆਂ ਗਾਵਾਂ ਮੱਝਾਂ, ਲਾਗੇ ਇੱਕ ਤਲਾਬ ਸੀ, ਟੋਭਾ ਸੀ, ਜੋੜ ਸੀ ਪਾਣੀ ਦਾ, ਉੱਥੇ ਮੱਝਾਂ ਛੱਡ ਦਿੱਤੀਆਂ। ਤੇ ਆਪ ਇੱਕ ਕੋਲ ਕਿਨਾਰੇ ਤੇ ਦਰਖਤ ਦੇ ਹੇਠਾਂ ਇੱਕ ਸਾਧੂ ਦੀ ਕੁੱਲੀ ਸੀ। ਉਸ ਕੁੱਲੀ ਦੇ ਵਿੱਚ, ਉਸ ਝੋਪੜੀ ਦੇ ਵਿੱਚ, ਸਾਧੂ ਦੇ ਉਸ ਟਿਕਾਣੇ ਵਿੱਚ ਸ਼ਰਨ ਵਿੱਚ ਆ ਗਿਆ। ਹੱਥ ਜੋੜ ਕੇ ਆਖਿਆ, ਅੱਜ ਮੈਨੂੰ ਬਚਾ ਲਓ, ਮੁੜ ਕੇ ਇਹ ਕੰਮ ਨਹੀਂ ਕਰਦਾ, ਮੈਨੂੰ ਚੋਰੀ ਤੋਂ ਬਚਾ ਲਓ। ਉਹਨਾਂ ਨੇ ਆਖਿਆ ਵੀ ਇਹ ਆਦਤ ਬੜੀ ਭੈੜੀ ਹੁੰਦੀ ਆ, ਜਿਹੜੀਆਂ ਆਦਤਾਂ ਗਲਤ ਪੈ ਜਾਂਦੀਆਂ, ਛੱਡਣੀਆਂ ਬੜੀਆਂ ਔਖੀਆਂ ਹੁੰਦੀਆਂ। ਬਾਰੇ ਸ਼ਾਹ ਤਾਂ ਸਿੱਧਾ ਹੀ ਮੁੱਕਰਦਾ ਹੀ ਆ। ਉਹ ਕਹਿੰਦਾ, ਬਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਜੇਕਰ ਕੱਟੀਏ ਪੂਰੀਆਂ ਪੂਰੀਆਂ ਜੀ।
ਬੰਦੇ ਨੂੰ ਪੂਰੀ ਪੂਰੀ ਕਰਕੇ ਕੱਟ ਦੋ, ਆਦਤ ਜਾਂਦੀ ਨਹੀਂ ਛੇਤੀ। ਪਰ ਗੁਰਮੁਖ ਇਸ ਗੱਲ ਨੂੰ ਮੰਨਦੇ ਆ, ਉਹ ਕਹਿੰਦੇ ਭੈੜੀਆਂ ਤੋਂ ਭੈੜੀਆਂ ਆਦਤਾਂ ਵੀ ਛੱਡੀਆਂ ਜਾ ਸਕਦੀਆਂ। ਜੇ ਬੰਦਾ ਜਾਗਣ ਲੱਗ ਜਾਏ ਅੰਦਰੋਂ, ਭੈੜੀ ਤੋਂ ਭੈੜੀ, ਬੁਰੀ ਤੋਂ ਬੁਰੀ, ਮਾੜੀ ਤੋਂ ਮਾੜੀ ਆਦਤ ਵੀ ਛੱਡੀ ਜਾ ਸਕਦੀ। ਬਾਰਿਸ਼ਾਂ ਆਦਤਾਂ ਤਾਂ ਜਾਂਦੀਆਂ ਨੇ ਜੇਕਰ ਛੱਡੀਏ ਥੋੜੀਆਂ ਥੋੜੀਆਂ ਜੀ। ਜੇ ਥੋੜੀ ਥੋੜੀ ਛੱਡਦੇ ਜਾਈਏ ਆਪਣੇ ਆਪ ਨੂੰ, ਇਹ ਕਮਰ ਕਸਾ ਕਰ ਲਈਏ, ਲੱਕ ਬੰਨ ਲਈਏ ਵੀ ਬਦਲਣਾ ਹੀ ਬਦਲਣਾ, ਤੇ ਫਿਰ ਬਦਲਿਆ ਵੀ ਜਾ ਸਕਦਾ, ਗੁਰੂ ਦੀ ਮਿਹਰ ਹੋਵੇ। ਸਾਧੂ ਨੇ ਆਖਿਆ ਚੋਰੀ ਬੜੀ ਭੈੜੀ ਚੀਜ਼ ਹੈ। ਜਦੋਂ ਤੋਂ ਦੁੱਖ ਹੁੰਦਾ ਹੈ ਉਦੋਂ ਤੇ ਰੋਂਦਾ ਹੈ, ਪਰੇਸ਼ਾਨ ਹੁੰਦਾ, ਕਹਿੰਦਾ ਲੈ ਵੀ ਅੱਗੇ ਤੋਂ ਨਹੀਂ ਚੋਰੀ ਕਰਨੀ, ਕੁੱਟ ਪੈਂਦੀ ਜਦੋਂ। ਤੇ ਜਦੋਂ ਕਿਤੇ ਸੁੱਖ ਆਉਂਦਾ ਹੈ ਉਦੋਂ ਫੇਰ ਉਹ ਕੁੱਟ ਮਾਰ ਨੂੰ ਭੁੱਲ ਜਾਂਦਾ। ਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ, ਦੋ ਪਈਆਂ ਜਦੋਂ ਪੈਂਦੀਆਂ ਉਦੋਂ ਹਾਏ ਹਾਏ, ਜਦੋਂ ਦੇਖਿਆ ਵੀ ਹੁਣ ਲੋੜ ਹੈ ਫਿਰ ਚੋਰੀ ਕਰ ਲਈ। ਇਹ ਆਦਤ ਬੜੀ ਭੈੜੀ ਹੈ, ਮਾੜੀ ਹੈ, ਛੱਡਣੀ ਭਾਈ ਗੁਰਮੁਖਾ, ਦੇਖ ਲੈ। ਕਹਿੰਦਾ ਨਹੀਂ ਮਹਾਰਾਜ, ਹੁਣ ਨਹੀਂ, ਤੁਸੀਂ ਬਚਾ ਲਓ। ਸਾਧੂ ਨੇ ਬਿਠਾ ਲਿਆ, ਕਹਿੰਦੇ ਬਹਿ ਜਾ ਉੱਥੇ, ਨਾਮ ਜਪ ਲੈ। ਰੱਬ ਰੱਬ ਕਰਨ ਲੱਗਿਆ, ਪਿੰਡ ਦੇ ਲੋਕ ਆਏ, ਉਹਨਾਂ ਨੇ ਸੰਤ ਜੀ ਨੂੰ ਆਖਿਆ ਗੁਰਮੁਖੋ ਸਾਡੀਆਂ ਮੱਝਾਂ ਲੈ ਕੇ ਚੋਰ ਲੰਘਿਆ। ਕਹਿੰਦੇ ਭਾਈ ਹਾਂ ਚੋਰ ਦੇਖਿਆ ਸੀ, ਚੋਰ ਆਇਆ ਵੀ ਸੀ ਇੱਥੇ, ਮੱਝਾਂ ਤੁਹਾਡੀਆਂ ਉਹ ਤਲਾਬ 'ਚ ਨੇ, ਪਰ ਹੁਣ ਚੋਰ ਨਹੀਂ ਰਿਹਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਇੱਥੇ ਚੋਰ ਨਹੀਂ, ਇੱਥੇ ਤਾਂ ਇੱਕ ਮੈਂ ਕੋ ਹੈ, ਉਹ ਵੀ ਸਾਧੂ ਹੈ, ਉਹ ਵੀ ਨਾਮ ਜਪ ਰਿਹਾ ਹੈ। ਜੇ ਤੁਹਾਨੂੰ ਕੋਈ ਚੋਰ ਲੱਗਦਾ ਲੈ ਜਾਓ ਫੜ ਕੇ। ਪਿੰਡ ਦੇ ਲੋਕ ਕਹਿੰਦੇ ਮਹਾਰਾਜ ਸਾਨੂੰ ਸਾਡੀਆਂ ਮੱਝਾਂ ਮਿਲ ਗਈਆਂ, ਜਦ ਚੋਰ ਹੈ ਹੀ ਨਹੀਂ ਕੋਈ ਤੇ ਅਸੀਂ ਕਿਹਨੂੰ ਫੜੀਏ। ਬਸ ਉਸ ਦਿਨ ਤੋਂ ਬਾਅਦ ਉਹ ਜਿਹੜਾ ਚੋਰ ਸੀ, ਸਾਧੂ ਦੀ ਸੰਗਤ ਤੋਂ ਬਾਅਦ ਗੁਰੂ ਕਾ ਸਿੱਖ ਬਣਿਆ। ਪਤਾ ਕਿਹੜਾ ਸਿੱਖ ਸੀ ਉਹ? ਭਾਈ ਵਿਧੀ ਚੰਦ, ਜਿਹਦਾ ਇਤਿਹਾਸ 'ਚ ਨਾਮ ਹੈ, ਜਿਹਨੂੰ ਗੁਰੂ ਜੀ ਨੇ ਆਪਣੇ ਗਲ ਲਾਇਆ ਤੇ ਬਚਨ ਕੀਤੇ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਹੁਤ ਵੱਡਾ ਜਰਨੈਲ ਯੋਧਾ ਹੋਇਆ ਹੈ ਭਾਈ ਵਿਧੀ ਚੰਦ। ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਇਆ ਸੀ ਇਹ। ਤੇ ਜਦੋਂ ਗੁਰੂ ਜੀ ਇਹ ਤੇ ਇੰਨੇ ਖੁਸ਼ ਹੋਏ, ਕਹਿੰਦੇ ਵਿਧੀ ਚੰਦ ਮੇਰਾ ਦਿਲ ਹੈ, ਮੇਰਾ ਦਿਲ, ਮੇਰਾ ਹਿਰਦਾ ਹੈ। ਤੇ ਜਦੋਂ ਕਿਤੇ ਤੇ ਤਰੁੱਠੇ ਸਨ, ਭਾਈ ਵਿਧੀ ਚੰਦ ਨੂੰ ਆਖਿਆ ਵਿਧੀ ਚੰਦਾ ਮੰਗ ਕੀ ਮੰਗਣਾ। ਭਾਈ ਵਿਧੀ ਚੰਦ ਨੇ ਜਿਹੜੀਆਂ ਚੀਜ਼ਾਂ ਮੰਗੀਆਂ ਉਹ ਇਤਿਹਾਸ 'ਚ ਲਿਖੀਆਂ ਪਈਆਂ। ਉਹ ਕਹਿੰਦਾ ਮਹਾਰਾਜ ਜੇ ਤਰੁੱਠੇ ਹੋ ਮੈਨੂੰ 3 ਚੀਜ਼ਾਂ ਦੇ ਦਿਓ। ਕਿਹੜਾ? ਇੱਕ ਨਾਮ ਕਾ ਰੰਗ, ਇੱਕ ਤੇ ਮੇਰੇ ਨਾਮ ਦਾ ਰੰਗ ਮੇਰੇ ਤੇ ਚੜਿਆ ਰਵੇ। ਨਾਮ ਕਾ ਰੰਗ, ਸਾਧ ਕਾ ਸੰਗ, ਨਿਸ਼ਚਾ ਅਪੰਗ। 3 ਚੀਜ਼ਾਂ। ਨਾਮ ਦਾ ਰੰਗ ਮੇਰੇ ਉੱਤੇ ਚੜਿਆ ਰਵੇ ਤੇ ਜੀਵਨ ਦੇ ਵਿੱਚ ਸਾਧੂ ਦੀ ਸੰਗਤ ਮੈਂ ਕਰਦਾ ਰਵਾਂ, ਕਦੇ ਵੀ ਸਾਧ ਸੰਗਤ ਤੋਂ ਭੱਜਾਂ ਨਾ, ਕਦੇ ਵੀ ਸਾਧੂਆਂ ਦੀ ਸੰਗਤ ਤੋਂ ਮੂੰਹ ਨਾ ਮੋੜਾਂ, ਸਾਧ ਸੰਗਤ ਵਿੱਚ ਲੱਗਿਆ ਰਵਾਂ, ਜੁੜਿਆ ਰਵਾਂ। ਤੇ ਤੀਜੀ ਦਾਤ, ਮੇਰਾ ਨਿਸ਼ਚਾ ਨਾ ਡੋਲੇ, ਮੇਰਾ ਭਰੋਸਾ ਨਾ ਟੁੱਟੇ। ਕਦੇ ਮੇਰਾ ਮਨ ਐਸਾ ਨਾ ਹੋਵੇ ਛੱਡ ਇੱਥੇ ਕੀ ਪਿਆ। ਕੋਈ ਚੀਜ਼ ਮਿਲ ਜਾਏ, ਨਾ ਵੀ ਮਿਲੇ ਤਾਂ ਵੀ ਭਰੋਸਾ ਬਣਿਆ ਰਵੇ ਵੀ ਨਹੀਂ ਮਿਲੀ, ਖੌਰੇ ਗੁਰੂ ਨੇ ਜਿਹੜੀ ਚੀਜ਼ ਮੈਨੂੰ ਨਹੀਂ ਦਿੱਤੀ ਉਹਦੇ ਵਿੱਚ ਵੀ ਮੇਰਾ ਭਲਾ ਹੀ ਕੀਤਾ ਹੈ। 3 ਚੀਜ਼ਾਂ ਮੰਗੀਆਂ, ਜਿਹਦੇ ਵਿੱਚ ਐਡੇ ਵੱਡੇ ਬ੍ਰਹਮ ਗਿਆਨੀ ਨੇ ਵੀ ਸਾਧੂ ਦੀ ਸੰਗਤ ਮੰਗੀ ਹੈ। ਤੇ ਗੁਰੂ ਅਰਜਨ ਦੇਵ ਜੀ ਵੀ ਕਹਿ ਰਹੇ, ਕਹਿੰਦੇ ਕੋਈ ਜਨ ਹਰਸਿਉ ਦੇਵੈ ਜੋਰ। ਗੁਰਮੁਖਾਂ ਦਾ ਮਿਲਣਾ ਜੀਵਨ ਵਿੱਚ ਬੜਾ ਲਾਜ਼ਮੀ। ਗੁਰਮੁਖਾਂ ਦੀ ਸੰਗਤ ਜੀਵਨ ਬਦਲਦੀ। ਇੱਕ ਕੋਈ ਜਗਿਆਸੂ ਸੀ, ਮਨ ਵਿੱਚ ਸਵਾਲ ਸੀ ਉਹਦੇ। ਸਵਾਲ
ਦੁਨੀਆ ਦੇ ਲੋਕਾਂ ਵਿੱਚ ਵੀ ਬੜੇ ਹੁੰਦੇ, ਅਗਿਆਨੀ ਬੰਦਿਆਂ 'ਚ ਵੀ ਬੜੇ ਹੁੰਦੇ, ਜਗਿਆਸੂਆਂ ਦੇ ਮਨ ਵਿੱਚ ਵੀ ਬੜੇ ਸਵਾਲ ਆਉਂਦੇ ਆ। ਪਰ ਦੁਨਿਆਵੀ ਲੋਕਾਂ ਦੇ ਜਿਹੜੇ ਸਵਾਲ ਹੁੰਦੇ ਉਹ ਐਵੇਂ ਹੁੰਦੇ, ਕਿਸੇ ਕੰਮ ਦੇ ਨਹੀਂ ਹੁੰਦੇ। ਉਹ ਦੂਜੇ ਦੀ ਲੱਤ ਖਿੱਚਦੇ, ਇਹਦੇ ਕੋਲ ਪੈਸੇ ਕਿਉਂ ਆ, ਇਹ ਇਦਾਂ ਰਹਿੰਦਾ ਕਿਵੇਂ, ਸੁਖੀ ਕਿਵੇਂ ਰਹਿੰਦਾ, ਹੱਸਦਾ ਕਿਉਂ ਆ, ਇਦਾਂ ਦੀਆਂ ਗੱਲਾਂ ਹੁੰਦੀਆਂ ਆਮ ਲੋਕਾਂ ਦੀਆਂ, ਦੂਜੇ ਦੇ ਪਰਥਾਏ ਹੁੰਦੇ। ਜਗਿਆਸੂ ਦੀ ਜਿਹੜੀ ਜਗਿਆਸਾ ਆਪਣੇ ਪਰਥਾਏ ਹੁੰਦੀ, ਆਪਣੇ ਮਨ ਦੇ ਸੰਬੰਧਿਤ ਹੁੰਦੀ, ਆਪਣੇ ਜੀਵਨ ਦੇ ਸੰਬੰਧਿਤ ਸਤਸੰਗਤ ਨਾਲ ਜੁੜੇ ਹੋਏ ਹੁੰਦੇ, ਇਹ ਫਰਕ ਹੁੰਦਾ ਹੈ। ਜਗਿਆਸੂ ਸੀ, ਜਗਿਆਸੂ ਦੇ ਮਨ ਵਿੱਚ ਸਵਾਲ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਗੱਲ ਹੈ, ਜਿਹੜਾ ਵੀ ਕੋਈ ਸਾਧੂ ਆਇਆ ਕਰੇ ਉਹਦੇ ਅੱਗੇ ਸਵਾਲ ਰੱਖਿਆ ਕਰੇ ਕਿ ਸਾਧ ਸੰਗਤ ਦਾ ਕੀ ਲਾਭ ਹੈ। ਬੜੇ ਸਾਧੂ ਆਏ, ਉਹਨਾਂ ਨੇ ਬੜਾ ਉਹਨੂੰ ਸਮਝਾਉਣਾ ਵੀ, ਗੱਲਾਂ ਬਾਤਾਂ ਵੀ ਦੱਸਣੀਆਂ, ਪਰ ਉਹਦਾ ਨਿਸ਼ਚਾ ਨਾ ਹੋਇਆ। ਕਈ ਬੰਦੇ ਸ਼ਬਦ ਪ੍ਰਮਾਣ ਨਾਲ ਮੰਨ ਜਾਂਦੇ, ਪਰ ਕਈ ਬੰਦਿਆਂ ਨੂੰ ਸ਼ਬਦ ਪ੍ਰਮਾਣ ਤੋਂ ਵੀ ਪਰੇ, ਜਿਹਨੂੰ ਪ੍ਰਤੱਖ ਪ੍ਰਮਾਣ ਕਹਿੰਦੇ, 6 ਪ੍ਰਮਾਣ ਹੁੰਦੇ ਆ। ਮਹਾਨ ਕੋਸ਼ ਵਿੱਚ ਜਦੋਂ ਪੜ੍ਹੋਗੇ ਤੇ ਲਿਖਣਾ ਪਏਗਾ ਖੱਟ ਪ੍ਰਮਾਣ, ਤੇ ਫਿਰ ਪਤਾ ਲੱਗ ਜਾਏਗਾ 6 ਪ੍ਰਮਾਣ ਕਿਹੜੇ ਕਿਹੜੇ, ਜਿਨ੍ਹਾਂ ਦੇ ਵਿੱਚੋਂ ਪ੍ਰਤੱਖ ਅਤੇ ਸ਼ਬਦ ਪ੍ਰਮਾਣ ਜ਼ਿਆਦਾ ਚੱਲਦਾ। ਲੌਕਿਕ ਪ੍ਰਮਾਣ ਵੀ ਆ, ਲੋਕਾਂ ਨੇ ਕਹਿ ਦਿੱਤਾ, ਕੋਈ ਗੱਲ ਮੰਨ ਲਈ, ਪਰ ਜ਼ਿਆਦਾ ਲਿਖਿਆ ਹੋਇਆ ਇਹ ਵੀ ਪ੍ਰਮਾਣ ਹੈ, ਉਦਾਹਰਨ ਹੈ। ਤੇ ਸਭ ਤੋਂ ਜ਼ਿਆਦਾ ਜਿਹੜਾ ਮੰਨਿਆ ਜਾਂਦਾ ਉਹ ਹੈ ਪ੍ਰਤੱਖ ਪ੍ਰਮਾਣ, ਜੋ ਬਿਲਕੁਲ ਸਾਹਮਣੇ ਦਿਖਾ ਦੇਣੀ ਗੱਲ। ਤੇ ਬੜੇ ਸਾਧੂਆਂ ਨੂੰ ਕਹਿੰਦਾ ਰਿਹਾ ਕਿ ਸਾਧ ਸੰਗਤ ਦਾ ਕੀ ਲਾਭ ਹੈ, ਫਾਇਦਾ ਕੀ ਹੈ। ਉਹਨਾਂ ਨੇ ਸਮਝਾਉਣਾ ਵੀ ਕੀਤਾ, ਪਰ ਉਹਦੇ ਬੰਦੇ ਦੇ ਅੰਦਰਲੀ ਜਿਹੜੀ ਗੰਢ ਸੀ ਉਹ ਟੁੱਟੀ ਨਾ, ਸ਼ੰਕਾ ਬਣੀ ਰਹੀ। ਕਈ ਗੱਲਾਂ, ਕਈ ਸ਼ੰਕਾਵਾਂ, ਤੁਹਾਡੇ ਮਨ 'ਚ ਸਵਾਲ ਆ ਗਿਆ, ਕਿਸੇ ਨੇ ਉੱਤਰ ਦੇ ਦਿੱਤਾ, ਟੁੱਟ ਜਾਂਦੀਆਂ ਉਹ। ਪਰ ਕਈ ਅੰਦਰ ਜਿਹੜੀਆਂ ਬਣੀਆਂ ਹੁੰਦੀਆਂ ਸ਼ੰਕਾਵਾਂ, ਉਹ ਜਿੰਨਾ ਸਮਾਂ ਆਪਣੇ ਅੱਖੀਂ ਨਹੀਂ ਵੇਖਦੇ ਉਨਾ ਸਮਾਂ ਟੁੱਟਦੀ ਨਹੀਂ ਉਹ ਸ਼ੰਕਾ। ਕਦੇ ਬਾਣੀ 'ਚ ਕਿਹਾ, ਜਬ ਦੇਖਾ ਤਬ ਗਾਵਾ, ਤਉ ਜਨ ਧੀਰਜ ਪਾਵਾ। ਕਹੇ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਮਨ ਮਾਨੈ ਲੋਗ ਨਾ ਭਤੀਜਾ, ਨਾ ਭਤੀਜਾ ਤਉ ਕਿਆ ਕੀਚੈ। ਭਗਤ ਕਬੀਰ ਜੀ, ਮਨ ਮੰਨ ਗਿਆ, ਪਰਮਾਤਮਾ ਨੂੰ ਜਾਣ ਲਿਆ। ਪਰਮਾਤਮਾ ਸੰਬੰਧੀ ਇਹ ਗੱਲ ਸ਼ਬਦ ਪ੍ਰਮਾਣ ਵੀ ਹੈ ਕਿ ਹਾਂ ਪਰਮਾਤਮਾ ਹੈ, ਇਹ ਸ਼ਰਧਾ ਹੈ, ਪਰ ਸੱਚੀ ਮੁੱਚੀ ਹੈਗਾ ਹੀ ਹੈਗਾ। ਇਹ ਨਿਸ਼ਚਾ ਹੈ, ਜਿਹਨੂੰ ਬਾਣੀ 'ਚ ਲਿਖਿਆ ਹੈ, ਤੂੰ ਹੋਵਨਹਾਰ। ਪਰਮਾਤਮਾ ਤੂੰ ਹੈ, ਤੂੰ ਹੋਵੇਂਗਾ, ਤੂੰ ਹਮੇਸ਼ਾ ਹੈ। ਜਿਹਨੂੰ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਆਖਿਆ, ਉਹ ਨਿਸ਼ਚੈ, ਕਿਉਂਕਿ ਵੇਖਿਆ ਹੋਇਆ। ਉੱਥੋਂ ਦੇਖ ਕੇ ਗੱਲ ਨਿਕਲੀ ਹੈ ਵੀ ਵੇਖਿਆ ਹੈ, ਸੱਚੀ ਮੁੱਚੀ ਹੈ। ਪਰ ਜਿਹੜਾ ਪਹਿਲਾ ਹੈ ਵੀ ਰੱਬ ਹੈ, ਬਈ ਹੋਏਗਾ, ਮੈਂ ਮੰਨਦਾ ਵੀ ਰੱਬ ਹੈ। ਬਈ ਤੂੰ ਦੇਖਿਆ, ਮੈਂ ਵੇਖਿਆ ਤਾਂ ਨਹੀਂ, ਉਹ ਸ਼ਬਦ ਪ੍ਰਮਾਣ ਹੈ। ਮੈਨੂੰ ਮੇਰੇ ਗੁਰੂ ਨੇ ਕਹਿ ਦਿੱਤਾ, ਸਾਧੂ ਨੇ ਕਹਿ ਦਿੱਤਾ, ਗੁਰਮੁਖ ਨੇ ਕਹਿ ਦਿੱਤਾ, ਇਹ ਫਰਕ ਹੁੰਦਾ ਹੈ। ਇਹ ਵੀ ਦੋ ਤਰ੍ਹਾਂ ਦੀ ਹੁੰਦੀ, ਗਿਆਨ ਵੀ, ਇੱਕ ਦ੍ਰਿੜ ਇੱਕ ਅਦ੍ਰਿੜ। ਜਿਹਨੂੰ ਵੇਦੰਤੀ ਲੋਕ, ਸ਼ਾਸਤਰਕਾਰੀ ਲੋਕ ਦੋ ਤਰੀਕਿਆਂ ਨਾਲ ਕਹਿ ਦਿੰਦੇ, ਪ੍ਰੋਕਸ਼ ਤੇ ਅਪਰੋਕਸ਼। ਅਪਰੋਕਸ਼ ਹੁੰਦਾ ਪ੍ਰਤੱਖ, ਜਿਵੇਂ ਸਾਹਮਣੇ ਦੇਖ ਲਈ ਅੱਗ ਮੱਚ ਰਹੀ, ਅੱਗ ਦੇ ਭੰਬੜ ਮੱਚ ਰਹੇ, ਕੋਲ ਚਲੇ ਗਏ, ਅੱਗ ਦੇ ਹੱਥਾਂ ਦੇ ਸੇਕ ਕੇ ਦੇਖ ਲਿਆ, ਅੱਗ ਬਲ ਰਹੀ, ਦੇਖ ਲਈ, ਹੁਣ ਕੀ ਲੋੜ ਰਹੇਗੀ। ਇੱਕ ਤੇ ਇਹ ਹੈ ਪ੍ਰਤੱਖ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਵੀ ਕੀ ਕਾਹਦੇ ਨਾਲ ਸਿੱਧ ਹੋਵੇ, ਅੱਗ ਮੱਚ ਰਹੀ ਦੇਖ ਲਈ। ਦੂਜੀ, ਦੂਰ ਕਿਤੇ ਅੱਗ ਮੱਚ ਰਹੀ, ਕਿਸੇ ਕੰਧ ਦੇ ਪਿੱਛੇ ਦਿਖ ਨਹੀਂ ਰਹੀ ਅੱਖਾਂ ਨਾਲ,
पर ਉਹਦੇ ਲੱਛਣਾਂ ਤੋਂ ਲੱਗ ਰਿਹਾ ਜਿਵੇਂ ਧੂਆਂ ਉੱਡ ਰਿਹਾ, ਵੱਡਾ ਉੱਚਾ ਅਸਮਾਨਾਂ ਨੂੰ ਚੜ੍ਹ ਰਿਹਾ। ਧੂਏ ਨੂੰ ਵੇਖ ਕੇ ਬੰਦਾ ਕਹਿੰਦਾ ਇੰਨਾ ਧੂਆਂ ਚਾਰੇ ਪਾਸੇ, ਜ਼ਰੂਰ ਅੱਗ ਹੋਏਗੀ ਇੱਥੇ। ਅੱਗ ਤੋਂ ਬਿਨਾਂ ਧੂਆਂ ਹੋ ਨਹੀਂ ਸਕਦਾ। ਧੂਏ ਦਾ ਕੀ ਕੰਮ ਅੱਗ ਤੋਂ ਬਿਨਾਂ? ਤਾਂ ਲੱਛਣਾਂ ਤੋਂ ਕਿਸੇ ਗੱਲ ਦਾ ਅੰਦਾਜ਼ਾ ਲਗਾ ਲੈਣਾ ਅੱਗ ਹੋਵੇਗੀ। ਇਹ ਦੋ ਤਰੀਕੇ ਹੁੰਦੇ। ਇੱਕ ਬਈ ਸਾਧੂ ਕਹਿੰਦੇ ਆ, ਗੁਰਬਾਣੀ ਕਹਿੰਦੀ ਆ, ਗੁਰਮੁਖ ਜਨ ਕਹਿੰਦੇ, ਜਿਨ੍ਹਾਂ ਦੇਖਿਆ ਉਹ ਕਹਿੰਦੇ ਆ ਰੱਬ ਹੈ, ਪ੍ਰਮਾਤਮਾ ਹੈ। ਇਹ ਹੈ। ਇੱਕ ਆਪ ਅੱਖੀਂ ਵੇਖ ਲੈਣਾ, ਜੋ ਕਹਿੰਦੇ ਆ ਵੀ ਸੱਚੀ ਮਿੱਚੀ ਹੈ। ਇਹ ਫਰਕ ਹੁੰਦਾ। ਕਰੋ ਵਿਚਾਰ। ਦੋ ਤਰ੍ਹਾਂ ਦੇ ਜਗਿਆਸੂ ਗੁਰੂ ਘਰ ਹੁੰਦੇ। ਇੱਕ ਜਿਨ੍ਹਾਂ ਨੇ ਆਪਣੇ ਅੱਖੀਂ ਕੁਝ ਚਮਕਾਰਾ ਵੇਖਿਆ, ਜਾਣਿਆ, ਮਾਣਿਆ। ਕੁਝ ਉਹ ਹਨ ਜਾਣਿਆ ਨਹੀਂ, ਮਾਣਿਆ ਨਹੀਂ, ਸੁਣਿਆ, ਸਿਰਫ ਸੁਣਿਆ। ਸੁਣ ਕੇ ਉਹ ਤੇ ਵਿਸ਼ਵਾਸ ਹੀ ਆਂਦਾ, ਸ਼ਰਧਾ ਆਂਦੀ, ਲੈ ਆਂਦੀ, ਹਾਂ ਬਈ ਹੋਏਗਾ। ਅਗਰ ਐਸੇ ਭਗਤ ਕਬੀਰ ਵਰਗੇ, ਬਾਬਾ ਫਰੀਦ ਜੀ ਵਰਗੇ, ਭਗਤ ਰੈਦਾਸ ਵਰਗੇ, ਭਗਤ ਨਾਮਦੇਵ ਜੀ ਵਰਗੇ, ਭਗਤ ਸਾਧਨਾ ਜੀ ਵਰਗੇ, ਜੈਦੇਵ ਜੀ ਵਰਗੇ, ਤ੍ਰਿਲੋਚਨ ਜੀ ਵਰਗੇ, ਧੰਨਾ ਜੀ ਵਰਗੇ, ਐਡੇ ਐਡੇ ਮਹਾਤਮਾ ਜਨ ਬ੍ਰਹਮ ਗਿਆਨੀ ਇਹ ਗੱਲ ਕਹਿੰਦੇ ਹਨ ਤੇ ਹੋਏਗਾ। ਹੋਏਗਾ। ਇਹ ਸ਼ਰਧਾ ਨੂੰ ਲੈ ਕੇ ਬੰਦਾ ਅੱਗੇ ਚੱਲਦਾ। ਸ਼ਰਧਾ ਅੰਨੀ ਹੁੰਦੀ ਆ। ਸ਼ਰਧਾ ਦੀ ਅੱਖਾਂ ਨਹੀਂ ਹੁੰਦੀਆਂ। ਕਿਉਂ? ਅੱਖਾਂ ਤੇ ਜਦੋਂ ਦੇਖ ਲਿਆ ਉਦੋਂ ਦੀਦ ਬਣਨੇ ਆ। ਸ਼ਰਧਾ ਦੇ ਨੇਤਰ ਨਹੀਂ ਹੁੰਦੇ। ਪਰ ਧਿਆਨ ਰੱਖੋ, ਜੀ ਤੇ ਸ਼ਰਧਾ ਕੀਤੀ ਉਹ ਅੰਨਾ ਨਾ ਹੋਵੇ। ਸ਼ਰਧਾ ਦੇ ਨੇਤਰ ਨਹੀਂ ਹੁੰਦੇ, ਸ਼ਰਧਾ ਅੰਨੀ ਹੁੰਦੀ। ਪਰ ਜੀ ਤੇ ਸ਼ਰਧਾ ਕੀਤੀ ਉਹ ਅੰਨਾ ਨਾ ਹੋਵੇ। ਬਸ ਫਰਕ ਇੰਨਾ ਕੁ ਹੈ। ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ, ਜੈਦੇਵ, ਤ੍ਰਿਲੋਚਨ, ਗੁਰੂ ਅਰਜਨ ਦੇਵ ਜੀ, ਦਸਮ ਪਿਤਾ, ਇਹ ਜੋ ਗੱਲਾਂ, ਇਹ ਵਚਨ ਜੋ ਕਹਿ ਰਹੇ ਆ, ਇਹ ਤੇ ਫਿਰ ਬਿਲਕੁਲ ਸੱਚ ਨੇ। ਇਹਨਾਂ ਦੇ ਪਿੱਛੇ ਪਿੱਛੇ ਵੀ ਚੱਲੀ ਚੱਲਾਂਗੇ, ਮਾਰਗ ਤੇ ਮੰਜ਼ਿਲ ਤੇ ਪਹੁੰਚ ਜਾਵਾਂਗੇ। ਤਾਂ ਇਹ ਜਿਹੜਾ ਜਗਿਆਸੂ ਸੀ, ਇਹਦੇ ਅੰਦਰ ਸਵਾਲ ਬਣਿਆ ਹੋਇਆ ਸੀ, ਸਾਧ ਸੰਗਤ ਦਾ ਕੀ ਲਾਭ ਹੈ। ਕਈ ਸਾਧੂ ਆਏ, ਉਹਨਾਂ ਨੂੰ ਪੁੱਛਦਾ ਰਿਹਾ। ਉਹਨਾਂ ਨੇ ਸ਼ਬਦ ਪ੍ਰਮਾਣ ਨਾਲ ਸਮਝਾਉਣਾ ਚਾਹਿਆ। ਫਲਾਣੇ ਸ਼ਾਸਤਰ 'ਚ, ਫਲਾਣੇ ਗ੍ਰੰਥ 'ਚ, ਇਸ ਉਪਨਿਸ਼ਦ 'ਚ ਸੰਗਤ ਦੇ ਆਹ ਲਾਭ ਨੇ, ਆਹ ਲਾਭ ਨੇ। ਪਰ ਇਹਦੇ ਸੰਸੇ ਦੀ ਗੰਢ ਟੁੱਟੀ ਨਾ। ਸਬੱਬੀ ਕਰਮ ਜਾਗਿਆ, ਗੁਰੂ ਨਾਨਕ ਦੇਵ ਮਹਾਰਾਜ ਨਾਲ ਮੇਲ ਹੋ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਮੇਲ ਹੋਇਆ। ਉਹਨਾਂ ਅੱਗੇ ਵੀ ਆਪਣੀ ਮਨ ਦੀ ਸ਼ੰਕਾ ਰੱਖ ਦਿੱਤੀ, ਮਹਾਰਾਜ ਸਾਧ ਸੰਗਤ ਦਾ ਲਾਭ ਦੱਸ ਦਿਓ। ਸਤਿਗੁਰੂ ਜੀ ਕਹਿੰਦੇ ਪ੍ਰਤੱਖ ਦੇਖਣਾ ਹੈ ਜਾਂ ਪ੍ਰਮਾਣ ਨਾਲ ਸਮਝਣਾ। ਕਹਿੰਦਾ ਜੀ ਪ੍ਰਮਾਣ ਤੇ ਮੈਂ ਪਹਿਲਾਂ ਵੀ ਅੱਗੋਂ ਕਈ ਵਾਰੀ ਸੁਣ ਲਏ, ਮੈਨੂੰ ਪ੍ਰਤੱਖ ਦਿਖਾ ਦਿਓ। ਦੁਨੀਆ ਤੇ ਕੋਈ ਵਿਰਲਾ ਹੁੰਦਾ ਹੈ ਜਿਹੜਾ ਪ੍ਰਤੱਖ ਦਿਖਾ ਦੇਵੇ, ਤੇ ਨਹੀਂ ਤੇ ਪ੍ਰਮਾਣ ਨਾਲ ਸੇਧ ਦਿੱਤੀ ਜਾ ਸਕਦੀ ਹੈ, ਚੱਲਿਆ ਜਾ ਸਕਦਾ ਹੈ, ਦੱਸ ਸਕਦਾ ਹੈ ਕਿ ਇੱਥੋਂ ਚੱਲ ਜਾ, ਅੱਗੇ ਮਾਰਗ ਹੈ, ਅੱਗੇ ਰੋਡ ਹੈ, ਅੱਗੇ ਬੇੜੀ ਮਿਲੂਗੀ, ਉਹ 'ਚ ਚੜ੍ਹ ਜਾਈ, ਇੰਨਾ ਕਿਰਾਇਆ ਲੱਗਦਾ ਹੈ, ਆਹ ਸੁਵਿਧਾ ਹੋਣੀ ਚਾਹੀਦੀ, ਆਹ ਕੁਝ ਰਾਸ਼ਨ ਲੈ ਲਈ, ਇੰਨਾ ਸਮਾਂ ਲੱਗੂ, ਪਰਲੇ ਪਾਸੇ ਕਿਨਾਰਾ ਉੱਥੇ ਪਹੁੰਚ ਜਾਈ। ਐਸੇ ਬੜੇ ਨੇ। ਪਰ ਵਿਰਲਾ ਹੁੰਦਾ ਹੈ ਜਿਹੜਾ ਮੋਢਿਆਂ ਤੇ ਚੁੱਕ ਕੇ ਮੇਲਾ ਦਿਖਾ ਦੇਵੇ ਬਾਪੂ ਦੀ ਤਰ੍ਹਾਂ। ਇਹ ਕੋਈ ਵਿਰਲਾ ਸਾਧੂ ਹੁੰਦਾ ਹੈ। ਇਹ ਤੇ ਕੇਵਲ ਗੁਰੂ ਹੈ। ਸਾਧੂ ਵੀ ਦੁਨੀਆ 'ਚ ਹਮੇਸ਼ਾ ਰਹਿੰਦੇ ਆ, ਭਾਵੇਂ ਕੋਈ ਕਰੋੜਾਂ 'ਚ ਇੱਕ ਅੱਧਾ ਹੀ ਹੋਵੇ। ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ। ਵਿਰਲਾ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕਈ ਕੇ। ਤਾਂ ਇਸ ਤਰੀਕੇ ਗੁਰੂ ਜੀ ਨੂੰ ਕਹਿਣ ਲੱਗਾ, ਜੀ ਸ਼ਬਦ ਪ੍ਰਮਾਣ ਤੇ ਮੈਨੂੰ ਕਈ ਵਾਰ ਮਿਲ ਚੁੱਕੇ, ਮੈਨੂੰ ਪ੍ਰਤੱਖ ਕਰਵਾ ਦਿਓ, ਦਿਖਾ ਦਿਓ। ਗੁਰੂ ਜੀ ਕਹਿੰਦੇ ਠੀਕ ਹੈ, ਚੰਗਾ ਇਉਂ ਕਰ, ਉਹ ਸਾਹਮਣੇ ਜਿਹੜਾ ਤਲਾਬ ਹੈ ਉਹਦੇ ਕਿਨਾਰੇ ਦੇ ਉੱਤੇ ਇੱਕ ਦਰਖਤ ਲੱਗਿਆ ਹੋਇਆ ਹੈ, ਉੱਥੇ ਚਲਾ ਜਾ।
ਉੱਥੇ ਜਾ ਕੇ ਵੇਖੀ, ਤੈਨੂੰ ਕੁਝ ਸਮਝ ਲੱਗੇਗੀ। ਚਲਾ ਗਿਆ ਤਲਾਬ ਦੇ ਕੋਲ, ਕਿੰਨਾ ਸਮਾਂ ਬੈਠਾ ਰਿਹਾ, ਰੱਬ ਰੱਬ ਕਰਦਾ ਰਿਹਾ। ਦਰਖਤ ਹੈ, ਦਰਖਤ ਦੇ ਹੇਠਾਂ ਬੈਠਿਆ, ਕੋਈ ਸਮਝ ਨਾ ਲੱਗੀ। ਸਿਰਫ ਦੋ ਬਗਲੇ ਬੈਠੇ ਦਿਖੇ। ਮੁੜਿਆ, ਮਹਾਰਾਜ ਕੋਈ ਉੱਤਰ ਨਹੀਂ ਮਿਲਿਆ। ਸਾਧ ਸੰਗਤ ਦਾ, ਗੁਰਮੁਖ ਦੀ ਸੰਗਤ ਦਾ ਲਾਭ ਕੀ ਹੈ? ਮਹਾਰਾਜ ਕਹਿੰਦੇ ਕੋਈ ਨਾ, ਕੱਲ ਨੂੰ ਫੇਰ ਜਾਈ, ਸ਼ਾਇਦ ਮਿਲ ਜਾਵੇ। ਮਹਾਰਾਜ ਅੱਜ ਨਹੀਂ ਮਿਲਿਆ, ਕੱਲ ਕੀ ਮਿਲੂ? ਗੁਰੂ ਜੀ ਕਹਿੰਦੇ ਸਾਧੂ ਹੁੰਦੇ ਜਿਹੜੇ ਇਸ ਮਾਰਗ ਤੇ ਚੱਲਣ ਵਾਲੇ, ਉਹ ਕਦੇ ਵੀ ਨਿਰਾਸ਼ ਨਹੀਂ ਹੁੰਦੇ, ਕਾਹਲੇ ਨਹੀਂ ਪੈਂਦੇ। ਸਬਰ ਬੜਾ ਲੋੜੀਂਦਾ ਹੈ, ਸਬਰ ਬਿਨਾਂ ਫਲ ਨਹੀਂ ਪੱਕਦਾ। ਇਸ ਮਾਰਗ ਤੇ ਸਬਰ ਬੜਾ ਲਾਜ਼ਮੀ। ਸਬਰ ਦੇ ਅੰਦਰ ਸਾਬਰੀ, ਸਬਰ ਦੇ ਅੰਦਰ ਸਬਰ ਨੂੰ ਦੇਣ ਵਾਲਾ ਪ੍ਰਮਾਤਮਾ ਵਸਦਾ ਹੈ। ਸਬਰ ਰੱਖ, ਕਾਹਲੀ ਨਾ ਕਰ, ਥੋੜਾ ਥੋੜਾ ਚੱਲ, ਸਮਝ ਕੇ ਚੱਲੀ ਚੱਲ। ਕਈ ਗੱਲਾਂ ਜਿਹੜੀ ਅੱਜ ਪਹਿਲੇ ਦਿਨ ਗੱਲ ਖੁੱਲੀ ਹੋਈ, ਹੋ ਸਕਦਾ ਲਾਸਟ ਤੇ ਗੱਲ ਸਮਝ ਆਵੇ। ਕਈ ਗ੍ਰੰਥ ਮੈਂ ਪੜ੍ਹੇ, ਜੀਵਨ ਵਿੱਚ ਐਸੇ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ, ਜਿਹੜੀ ਗੱਲ ਉਹਦੇ ਪਹਿਲਾਂ ਲਿਖੀ ਸੀ, ਲਾਸਟ ਤੇ ਜਾ ਕੇ ਪਤਾ ਲੱਗਿਆ ਵੀ ਇਹਦਾ ਮਤਲਬ ਆ ਸੀ। ਕਈ ਵਾਰ ਮੈਨੂੰ ਇਦਾਂ ਮਹਿਸੂਸ ਹੋਇਆ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ, ਜਿਹੜਾ ਪਹਿਲਾਂ ਪੜ੍ਹਿਆ ਮੈਨੂੰ ਲੱਗਦਾ ਪਿੱਛੋਂ ਪੜ੍ਹਨਾ ਸ਼ੁਰੂ ਕਰਨਾ ਚਾਹੀਦਾ ਸੀ। ਪਰ ਜਿਹੜੇ ਵਿਦਵਾਨ ਨੇ ਉਹ ਇਦਾਂ ਨਹੀਂ ਕਰਦੇ, ਉਹ ਕਹਿੰਦੇ ਪਹਿਲਾਂ ਸ਼ੁਰੂ ਚ ਸ਼ੁਰੂ ਕਰੋ ਤੇ ਫਿਰ ਹੌਲੀ 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 ਗੱਲ ਸਮਝ ਲੱਗਦੀ ਜਾਏਗੀ। ਜੇ ਉਦਾਹਰਨ ਦੇਵਾਂ, ਜਿਵੇਂ ਵਿਚਾਰ ਸਾਗਰ ਗ੍ਰੰਥ ਲਾ ਲਓ, ਵਿਚਾਰ ਚੰਦਰ ਉਹਦੇ ਲਾ ਲਓ, ਅਧਿਆਤਮ ਪ੍ਰਕਾਸ਼ ਲਾ ਲਓ, ਇਹ ਜਿਹੜੇ ਗ੍ਰੰਥ ਨੇ ਇਹ ਐਸੇ ਗ੍ਰੰਥ ਨੇ ਕਿ ਇਹਨਾਂ ਨੂੰ ਪਹਿਲਾਂ ਜਦੋਂ ਪੜ੍ਹਨ ਲੱਗੋਗੇ ਕਈ ਗੱਲਾਂ ਦੀ ਸਮਝ ਹੀ ਨਹੀਂ ਲੱਗਦੀ। ਇਹ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ, ਆਹ ਕੀ ਗੱਲ ਹੋਈ, ਸਵਾਲ ਜੇ ਬਣੀ ਜਾਂਦੇ। ਜੇ ਕੋਈ ਬੰਦਾ ਪਹਿਲੀ ਤਰੰਗ ਤੇ ਜਾਂ ਕੋਈ ਬੰਦਾ ਪਹਿਲੀ ਕਲਾ ਤੇ ਜਾਂ ਪਹਿਲੇ ਅਧਿਆਏ ਤੇ ਪਹਿਲੇ ਚੈਪਟਰ ਤੇ ਰੁਕ ਜਾਏ ਤੇ ਜ਼ਿੰਦਗੀ ਭਰ ਰੁਕਿਆ ਰਹੇਗਾ, ਉਹ ਬੰਦੇ ਦੇ ਮਨ ਦੇ ਸ਼ੰਕੇ ਨਿਕਲਣੇ ਹੀ ਨਹੀਂ। ਪੂਰਾ ਪੜ੍ਹੇਗਾ, ਫਿਰ ਉੱਤਰ ਮਿਲਣਗੇ ਤੇ ਫਿਰ ਸ਼ੁਰੂ ਤੋਂ ਲੱਗੇਗਾ, ਫਿਰ ਪਿੱਛੋਂ ਪਤਾ ਲੱਗੇਗਾ ਇਹ ਚੀਜ਼ ਉੱਥੇ ਹੈ। ਇਹਨੂੰ ਗ੍ਰੰਥਾਕਾਰ ਉਪਕਰਨ ਉਪਸੰਹਾਰ ਲਿਖਦੇ ਆ। ਤੇ ਉਪਕਰਨ ਉਪਸੰਹਾਰ ਜਿਹਨੂੰ ਆਦ ਅਤੇ ਮੱਧ ਦੋਵੇਂ ਚੀਜ਼ਾਂ ਦੀ ਸਮਝ ਪੈਂਦੀ ਹੈ, ਸੰਪੂਰਨਤਾ ਤੱਕ ਵੀ ਪਤਾ ਲੱਗਦਾ ਹੈ ਆਹ ਕਿਹੜੀ ਚੀਜ਼ ਕਿਵੇਂ ਆ। ਅਧਿਆਤਮ ਦੇ ਮਾਰਗ ਵਿੱਚ ਇਹ ਬੜੀ ਲਾਜ਼ਮੀ ਹੈ। ਕਈ ਗੱਲਾਂ ਅੱਜ ਹੋ ਗਈਆਂ, ਉਹਨਾਂ ਦਾ ਭੇਦ ਜਾ ਕੇ ਕਾਫੀ ਟਾਈਮ ਬਾਅਦ ਖੁੱਲ੍ਹਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਕਾਹਲੀ ਨਾ ਕਰ, ਸਬਰ ਰੱਖ, ਕੱਲ ਨੂੰ ਫੇਰ ਚਲਾ ਜਾ, ਹੋ ਸਕਦਾ ਹੈ ਤੈਨੂੰ ਤੇਰੀ ਗੱਲ ਦਾ ਉੱਤਰ ਮਿਲ ਜਾਏ। ਗੁਰੂ ਜੀ ਦਾ ਵਚਨ ਮੰਨ ਕੇ ਚਲਾ ਗਿਆ। ਅਗਲੇ ਦਿਨ ਫੇਰ ਉੱਥੇ ਹੀ ਪਹੁੰਚਿਆ, ਹੋਰ ਤੇ ਕੋਈ ਬੰਦਾ ਨਾ ਮਿਲਿਆ, ਕੁਛ ਨਾ, ਉੱਥੇ ਬਸ ਜਿੱਥੇ ਦੋ ਬਗਲੇ ਬੈਠੇ ਸੀ ਉੱਥੇ ਦੋ ਹੰਸ ਮਿਲੇ। ਹੰਸ ਬੈਠੇ, ਹਾਲਾਂਕਿ ਹੰਸ ਮਾਨ ਸਰੋਵਰ ਝੀਲ ਤੇ ਮਿਲਦੇ, ਪਰ ਅੱਜ ਇੱਥੇ ਮਿਲੇ। ਇਹ ਸਾਖੀ ਹੈ। ਸਾਖੀ ਸਾਡੀ ਮਾਂ ਦੀ ਬੋਲੀ ਹੁੰਦੀ ਹੈ। ਸਾਖੀ ਹੁੰਦੀ ਨਾ ਜਿਹੜੀ, ਉਹ ਭਾਸ਼ਾ ਹੁੰਦੀ ਜੋ ਸਾਡੇ ਨਾਲ ਬਚਪਨ 'ਚ, ਜੋ ਸਾਡੇ ਨਾਲ ਸਾਡੀ ਮਾਂ ਦੀ ਬੋਲੀ ਹੁੰਦੀ, ਸਾਨੂੰ ਸੌਖੇ ਸਮਝ ਆ ਜਾਂਦੀ। ਸਾਖੀ ਜਿਹੜੀ ਸ਼ਾਸਤਰ ਦੀ ਭਾਸ਼ਾ ਹੁੰਦੀ, ਉਹ ਘੋਟੇ ਲਾ ਕੇ ਬੋਲੀ ਹੁੰਦੀ, ਉਹ ਕਹਿ ਲਓ ਕਿ ਔਖੀ ਕੀਤੀ ਹੁੰਦੀ ਭਾਸ਼ਾ। ਗੱਲ ਉਹੀ ਹੁੰਦੀ, ਬਸ ਸ਼ਬਦ ਔਖੇ ਕੀਤੇ ਹੁੰਦੇ। ਕਈ ਸ਼ਬਦ ਮੈਂ ਪੜ੍ਹਦਾ ਬੋਲਦਾ ਵੀ ਹਾਂ, ਹੁੰਦੀ ਉਹੀ ਗੱਲ ਹੈ ਜਿਹੜੀ ਮੈਂ ਸਾਖੀ ਰੂਪ 'ਚ ਵੀ ਤੁਹਾਨੂੰ ਕਹਿਣੀ ਚਾਹੁੰਦਾ। ਗੱਲ ਉਨੀ ਕੀ ਹੁੰਦੀ, ਪਰ ਉਹਦਾ ਥੋੜ੍ਹਾ ਜਿਹਾ ਗੱਲ ਕਹਿਣ ਦਾ ਤਰੀਕਾ ਬਦਲ ਜਾਂਦਾ, ਘੋਟ ਕੇ ਗੱਲ ਕਹੀ ਜਾਂਦੀ। ਪਰ ਮੈਂ ਇੱਕ ਵਿਦਵਾਨ ਨੂੰ ਸੁਣ ਰਿਹਾ ਸੀ, ਬੜਾ ਪੜ੍ਹਿਆ ਲਿਖਿਆ ਵਿਦਵਾਨ, ਬਹੁਤ ਜ਼ਿਆਦਾ ਫਿਲਾਸਫਰ। ਉਹ ਗੱਲਾਂ ਬੜੀਆਂ ਸਿੰਪਲ ਤੇ ਸਿੱਧੀਆਂ ਕਰਦਾ ਸੀ।
ਉਹਨੂੰ ਕਿਸੇ ਨੇ ਸਵਾਲ ਕੀਤਾ, ਤੁਸੀਂ ਇੰਨੇ ਪੜ੍ਹੇ ਲਿਖੇ, ਐਡੇ ਵਿਦਵਾਨ, ਸਕਾਲਰ, ਫਿਲਾਸਫਰ, ਹਰੇਕ ਚੀਜ਼ ਦਾ ਤੁਹਾਨੂੰ ਗਿਆਨ, ਇਲਮ, ਤੁਸੀਂ ਇੰਨੀ ਕੋਈ ਵੀ ਗੱਲ ਕਰਦੇ ਬੜੇ ਸੌਖੇ ਜਿਹੇ ਤਰੀਕੇ ਨਾਲ, ਬਹੁਤ ਹੀ ਸਿੰਪਲ ਢੰਗ ਨਾਲ ਗੱਲ ਕਰਦੇ, ਕਿਉਂ? ਉਹ ਕਹਿੰਦੇ ਜਦੋਂ ਮੈਂ ਬੋਲਦਾ ਮੈਨੂੰ ਮੇਰੀ ਮਾਂ ਯਾਦ ਆ ਜਾਂਦੀ ਹੈ, ਮੈਨੂੰ ਮੇਰੀ ਦਾਦੀ ਯਾਦ ਆਉਂਦੀ ਹੈ। ਉਹ ਮੇਰੀ ਮਾਂ, ਮੇਰੀ ਦਾਦੀ ਉਹਨਾਂ ਵੇਲਿਆਂ ਦੀ ਹੈ ਜਦੋਂ 3 ਪੜ੍ਹੀ ਔਰਤ ਦਾ ਵਿਆਹ ਤਹਿਸੀਲਦਾਰ ਨਾਲ ਹੋ ਜਾਇਆ ਕਰਦਾ ਸੀ, ਤੇ ਉਹ ਵੀ ਤਹਿਸੀਲਦਾਰ ਨਹੀਂ ਹੁੰਦੀ, ਪਰ ਹੁੰਦੀ ਉਹ ਬੜੀ ਸਧਾਰਨ ਸੀ। ਤੇ ਜਦੋਂ ਕਹਿੰਦਾ ਮੈਂ ਬੋਲਦਾ ਮੇਰੀ ਮਾਂ ਵੀ ਮੈਨੂੰ ਸੁਣਦੀ ਹੈ, ਮੈਂ ਇਹ ਸੋਚ ਕੇ ਬੋਲਦਾ ਜਿਹੜੇ ਮੈਂ ਬੋਲ ਰਿਹਾ ਮੇਰੀ ਮਾਂ ਨੂੰ ਸਮਝ ਲੱਗਦੇ ਆ, ਜਾਂ ਮੈਂ ਸ਼ਬਦ ਇੰਨੇ ਕੁ ਭਾਰੇ ਘੋਟ ਕੇ ਉਹ ਚ ਪਾ ਦਿੱਤੇ ਵੀ ਮੇਰੀ ਮਾਂ ਨੂੰ ਇਹ ਮੇਰੀ ਗੱਲ ਨਹੀਂ ਸਮਝ ਆਉਂਦੀ, ਤੇ ਮੈਂ ਕੀ ਸਵਾ ਸਮਝਾ ਸਕਿਆ ਕਿਸੇ ਨੂੰ? ਉਹ ਗੱਲ ਭਾਵੇਂ ਕਿੰਨੀ ਵੀ ਗਹਿਰੀ ਹੋਵੇ, ਕਿੰਨੀ ਵੀ ਗਹਿਰਾਈ ਹੋਵੇ, ਅਗਰ ਸਿੰਪਲ ਕਰੀ ਜਾ ਸਕਦੀ ਹੈ ਤੇ ਉਹ ਸਾਖੀ ਰੂਪ ਚ ਕੀਤੀ ਜਾ ਸਕਦੀ ਹੈ। ਸਾਖੀ ਹਲਕੀ ਨਹੀਂ ਹੁੰਦੀ। ਕਈ ਨਵਾਂ ਜਿਨ੍ਹਾਂ ਨੂੰ ਨਿਆਏ ਜਾਂ ਸ਼ਾਖ ਮੱਤ ਦਾ ਘੋਟਾ ਜਿਹਾ ਲੱਗਿਆ ਹੁੰਦਾ ਨਾ, ਮਾੜਾ ਮੋਟਾ ਥੋੜਾ ਜਿਹਾ ਪੜ੍ਹ ਲੈਣ 10-20 ਸੂਤਰ ਨਿਆਏ ਮੱਤ ਦੇ ਜਾਂ ਸ਼ਾਖ ਵਿਸ਼ੇਖਿਕ ਵਗੈਰਾ ਦੇ, ਉਹ ਫਿਰ ਸਾਖੀ ਪਰੰਪਰਾ ਨੂੰ ਡੈਮੇਜ ਕਰਨ ਲੱਗ ਜਾਂਦੇ, ਕੱਟਣ ਲੱਗ ਜਾਂਦੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਖੀ ਕੀ ਹੈ। ਜਦੋਂ ਇਹਨਾਂ ਮੱਤ ਮਤਾਂਤਰਾਂ ਨੂੰ ਪੜ੍ਹੋਗੇ, ਦਰਅਸਲ ਇਹ ਸਾਰੇ ਮੱਤ ਸ਼ੁਰੂ ਕਿਸੇ ਸਾਖੀ ਤੋਂ ਹੁੰਦੇ ਆ। ਵੱਡੀਆਂ ਵੱਡੀਆਂ ਉਪਨਿਸ਼ਦਾਂ ਜਦੋਂ ਪੜ੍ਹੋਗੇ, ਜਿਨ੍ਹਾਂ 'ਚ ਗੂੜ ਗਿਆਨ ਹੈ, ਰਹੱਸਵਾਦ ਹੈ, ਉਪਨਿਸ਼ਦਾਂ ਸ਼ੁਰੂ ਕਿਸੇ ਸਾਖੀ ਤੋਂ ਹੋਣਗੀਆਂ, ਕਿਸੇ ਮਹਾਤਮਾ ਦੇ ਜੀਵਨ ਤੋਂ ਹੋਣਗੀਆਂ, ਸਵਾਲ ਜਵਾਬ ਤੋਂ ਸ਼ੁਰੂ ਹੋਣਗੀਆਂ। ਸਾਖੀ 'ਚ ਇੱਕ ਰਸ ਹੁੰਦਾ ਹੈ। ਇਹ ਮੈਂ ਤਾਂ ਦੱਸਿਆ, ਕਈ ਵਾਰ ਸ਼ੰਕਾ ਪੈਦਾ ਹੋ ਜਾਂਦਾ ਹੈ। ਚਲੋ ਰਹੋ ਵਿਚਾਰ। ਦੂਜੇ ਦਿਨ ਹੰਸ ਮਿਲੇ, ਉਸ ਅਭਿਆਸੀ ਨੂੰ ਦੇਖ ਕੇ ਮੁੜ ਆਇਆ, ਗੁਰੂ ਜੀ ਨੂੰ ਕਹਿੰਦਾ ਜੀ ਅੱਜ ਵੀ ਕੋਈ ਗੱਲ ਨਹੀਂ ਬਣੀ, ਸਿਰਫ ਇੱਕ ਫਰਕ ਸੀ, ਕਾਵਾਂ ਦੀ ਜਗ੍ਹਾ ਹੰਸ ਸਨ। ਗੁਰੂ ਜੀ ਕਹਿੰਦੇ ਕੱਲ ਨੂੰ ਫੇਰ ਜਾਏ। ਗੁਰੂ ਜੀ ਦੀ ਆਗਿਆ ਮੰਨ ਕੇ ਫੇਰ ਚਲਾ ਗਿਆ। ਤੀਜੇ ਦਿਨ ਉੱਥੇ ਪਹੁੰਚਿਆ ਤੇ ਉੱਥੇ ਨਾ ਹੰਸ ਨਾ ਬਗਲੇ, ਕੁਝ ਵੀ ਨਾ ਮਿਲਿਆ। ਉੱਥੇ 2 ਮਾਨਵੀ ਰੂਪ ਦੇ ਵਿੱਚ 2 ਟੱਕਰੇ ਉਸ ਨੂੰ, ਦੇਵੀ ਲੋਕ ਨੂੰ ਜਾਣ ਵਾਲੇ। ਉਹਨਾਂ ਆਖਿਆ ਕਿ ਭਾਈ ਅਸੀਂ ਤੈਨੂੰ ਇਹ ਮਿਲਣ ਲਈ ਤੇਰੀ ਉਡੀਕ 'ਚ ਸਾਂ। ਕਹਿੰਦੇ ਕੀ ਗੱਲ? ਕਹਿੰਦੇ 3 ਦਿਨ ਤੋਂ ਤੇਰੀ ਸੰਗਤ ਕਰ ਰਹੇ ਹਾਂ। ਕਹਿੰਦਾ 3 ਦਿਨ? ਮੈਨੂੰ ਤੇ ਮਿਲੇ ਨਹੀਂ ਤੁਸੀਂ। ਉਹ ਕਹਿੰਦੇ ਮਿਲੇ ਸੀ। ਪਹਿਲੇ ਦਿਨ ਜਿਹੜੇ ਬਗਲੇ ਸੀ ਉਹ ਵੀ ਅਸੀਂ ਸੀ, ਦੂਜੇ ਦਿਨ ਜਿਹੜੇ ਹੰਸ ਸੀ ਉਹ ਵੀ ਅਸੀਂ ਸੀ, ਅੱਜ ਤੀਜਾ ਦਿਨ ਹੈ ਤੇਰੀ ਸੰਗਤ ਦੇ ਨਾਲ। ਹੁਣ ਇਹ ਦੇਹੀ ਛੁੱਟ ਜਾਏਗੀ, ਹੁਣ ਅਸੀਂ ਦੇਵ ਲੋਕ ਨੂੰ ਚਲੇ ਜਾਵਾਂਗੇ। ਹੁਣ ਇਹਦੇ ਪਿੱਛੇ ਇੱਕ ਬਹੁਤ ਗਹਿਰਾ ਨਿਚੋੜ ਪਿਆ। ਗੁਰਮੁਖ ਦੀ ਸੰਗਤ ਦੇ ਨਾਲ ਕਾਂ ਤੋਂ ਹੰਸ ਬਣ ਜਾਂਦਾ, ਕਾਲੇ ਜੀਵਨ ਤੋਂ ਚਿੱਟਾ ਜੀਵਨ ਹੋ ਜਾਂਦਾ ਬਾਹਰੀ। ਪਹਿਲਾਂ ਬਾਹਰਲਾ ਬਦਲਦਾ, ਜਿਹਨੂੰ ਅਸੀਂ ਦਿਖਾਵਾ ਕਹਿੰਦੇ ਹਾਂ ਨਾ। ਕਈ ਲੋਕ ਤੇ ਕਹਿੰਦੇ ਦਿਖਾਵਾ ਨਹੀਂ ਕਰਨਾ ਚਾਹੀਦਾ। ਦਿਖਾਵਾ ਬੜੀ ਵੱਡੀ ਚੀਜ਼ ਹੁੰਦੀ ਹੈ। ਦਿਖਾਵੇ ਨਾਲ ਸਭ ਕੁਝ ਚੱਲਦਾ ਹੈ। ਜਦੋਂ ਬੰਦੇ ਦੇ ਅੰਦਰ ਕੁਝ ਬਦਲਾਅ ਆਉਂਦਾ ਹੈ ਤੇ ਉਹਦਾ ਦਿਖਾਵਾ ਬਦਲਦਾ ਹੈ। ਜਦੋਂ ਕੋਈ ਬੰਦਾ ਜਵਾਨ ਹੁੰਦਾ ਹੈ, ਉਦੋਂ ਉਹ ਲੜਕਾ, ਉਦੋਂ ਕੱਪੜੇ ਸਾਫ਼ ਪਾਉਣ ਲੱਗ ਜਾਏਗਾ। ਜਦੋਂ ਜਵਾਨੀ ਜਾਏਗਾ, ਗੱਲਬਾਤ ਦੇਖ ਕੇ ਕਰਨ ਲੱਗ ਜਾਏਗਾ, ਤਰੀਕੇ ਨਾਲ ਕਰਨ ਲੱਗ ਜਾਏਗਾ, ਚੀਜ਼ ਨੂੰ ਸਾਂਭ ਕੇ ਰੱਖਣ ਦੀ ਸੋਝੀ ਆ ਜਾਏਗੀ। ਉਹ 'ਚ ਬਦਲਾਅ ਆਉਂਦਾ। ਲੜਕੀ ਜਿਸ ਵੇਲੇ ਸਮਝਦਾਰ ਹੋਏਗੀ, ਉਦੋਂ ਹੌਲੀ ਬੋਲਣ ਲੱਗ ਜਾਏਗੀ, ਥੋੜੀ ਜਿਹੀ ਦਲੇਰ ਹੋ ਜਾਏਗੀ। ਇਹ ਚੀਜ਼ਾਂ ਹੁੰਦੀਆਂ ਨੇ। ਇਹ ਬਾਹਰੀ ਚੀਜ਼, ਇਹ ਚੀਜ਼ ਦਾ ਅੰਦਰ ਨਾਲ ਬੜਾ ਗਹਿਰਾ ਸੰਬੰਧ ਹੁੰਦਾ ਹੈ। ਇਹ ਜਿਹੜੇ ਅੰਦਰ ਨੂੰ ਸਮਝਦੇ ਮਾੜਾ ਮੋਟਾ, ਜਿਨ੍ਹਾਂ ਥੋੜੀ ਬਹੁਤੀ ਫਿਲਾਸਫੀ ਪੜ੍ਹੀ ਜਾਂ ਸਕਾਲਰਾਂ ਨੂੰ ਸੁਣਿਆ, ਉਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ। ਜਦੋਂ ਅੰਦਰ ਕਿਤੇ ਕੋਈ ਤਾਰ ਹਿੱਲਦੀ ਹੈ, ਉਹਦਾ ਬਾਹਰ ਤੱਕ ਆਵਾਜ਼, ਖੜਾਕ ਆਉਂਦਾ ਹੈ।
कमरे के अंदर बैठ के कोई साज वजाओ, ਉਹਦੀ ਧੁਨ ਬਾਹਰ तक ਜਾਂਦੀ। ਜਦੋਂ ਅੰਦਰ ਕੁਝ ਬਦਲਾਅ ਆਉਂਦਾ, ਪਹਿਲਾਂ ਬਾਹਰੀ ਰੂਪ ਵਿੱਚ ਵੀ ਉਹਦਾ ਦੇਖਣ ਨੂੰ ਪ੍ਰਗਟਾਵਾ ਹੁੰਦਾ ਹੈ। ਉਹ ਬਹੁਤ ਗੁੱਝੇ ਲੋਕ ਹੁੰਦੇ ਆ, ਬੜੇ ਉਸਤਾਦ ਲੋਕ ਹੁੰਦੇ ਆ, ਜਿਹੜੇ ਅੰਦਰੋਂ ਬਹੁਤ ਮੁਸ਼ਕੇ ਹੋਣ, ਰੰਗੇ ਹੋਣ ਤੇ ਬਾਹਰ ਖਬਰੇ ਨਾ ਲੱਗਣ ਦੇਣ। ਉਹ ਬੜੇ ਉਸਤਾਦ ਲੋਕ ਨੇ। ਅੰਦਰ ਕਸਤੂਰੀ ਪਈ ਹੈ, ਅੰਦਰ ਬਹੁਤ ਕੁਝ ਪਿਆ, ਬਾਹਰ ਪਤਾ ਹੀ ਨਹੀਂ ਲੱਗਣ ਦਿੰਦੇ। ਉਹ ਬਾਅਦ ਵਿੱਚ ਹੁੰਦਾ, ਪਹਿਲਾਂ ਪਹਿਲਾਂ ਅੰਦਰ ਦੀ ਚੀਜ਼ ਬਾਹਰ ਪ੍ਰਗਟ ਹੋਣ ਲੱਗ ਜਾਂਦੀ ਹੈ। ਆਖਣ ਲੱਗੇ ਕਿ ਪਹਿਲੇ ਦਿਨ ਗੁਰਮੁਖਾਂ ਦੀ ਸੰਗਤ ਤੋਂ ਕਾਂ ਤੋਂ ਬਗਲੇ ਬਣ ਜਾਂਦਾ। ਬਾਹਰੋਂ ਲਿਬਾਸ ਵਿੱਚ ਚੇਂਜ ਆਉਂਦਾ ਹੈ, ਬੈਠਣ ਉੱਠਣ ਵਿੱਚ ਚੇਂਜ ਆਉਂਦਾ ਹੈ। ਫਿਰ ਬਗਲਾ ਹੁੰਦਾ ਭਾਵੇਂ ਚਿੱਟਾ, ਪਰ ਖੁਰਾਕ ਚੰਗੀ ਨਹੀਂ ਹੁੰਦੀ ਉਹਦੀ। ਫਿਰ ਹੌਲੀ ਹੌਲੀ ਸੰਗਤ ਵਿੱਚ ਖੁਰਾਕ ਵੀ ਬਦਲਦੀ। ਬਗਲਾ ਵੀ ਚਿੱਟਾ ਹੈ, ਹੰਸ ਵੀ ਚਿੱਟਾ ਹੈ, ਪਰ ਬਗਲਾ ਡੱਡੀਆਂ ਖਾਂਦਾ ਹੈ, ਹੰਸ ਹੀਰੇ ਮੋਤੀ ਖਾਂਦਾ ਹੈ। ਗੁਰਮੁਖਾਂ ਦੀ ਸੰਗਤ ਦੇ ਨਾਲ ਹੰਸ ਬਣ ਜਾਈਦਾ ਹੈ। ਮਾੜੀ ਖੁਰਾਕ ਭਾਵ ਜਿਹੜੇ ਅੰਦਰ ਵਿਚਾਰ ਮਾੜੇ ਜਾ ਰਹੇ ਸੀ, ਹੁਣ ਅੰਦਰ ਤੇ ਵੀ ਕੰਟਰੋਲ ਹੋ ਗਿਆ। ਹੁਣ ਅੰਦਰਲੀ ਖੁਰਾਕ ਵੀ ਸ਼ਬਦ ਦੀ ਹੋ ਗਈ, ਬਾਣੀ ਦੀ ਹੋ ਗਈ, ਗੁਰਮੁਖਾਂ ਵਾਲੀ ਹੋ ਗਈ। ਉਸ ਤੋਂ ਬਾਅਦ ਫਿਰ ਦੈਵੀ ਗੁਣ ਆਉਂਦੇ ਹਨ। ਫਿਰ ਉਹ ਅਵਸਥਾ ਬਣਦੀ ਜਿਹਨੂੰ ਗੁਰੂ ਜੀ ਕਹਿੰਦੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਫਿਰ ਮਨੁੱਖ ਤੋਂ ਦੈਵੀ ਸੰਪਦਾ ਦਾ ਮਾਲਕ ਬਣ ਜਾਂਦਾ ਹੈ। ਇਹ ਗੱਲ ਆਈ ਤੇ ਗੁਰੂ ਨਾਨਕ ਸਾਹਿਬ ਨੇ ਉਸ ਬੰਦੇ ਨੂੰ ਜਿਹੜਾ ਪੁੱਛਦਾ ਸੀ ਸਾਧ ਸੰਗਤ ਦਾ ਫਲ ਕੀ ਹੈ, ਮਹਾਰਾਜ ਨੇ ਉਹਨੂੰ ਇਸ ਤਰੀਕੇ ਨਾਲ ਪ੍ਰਤੱਖ ਸਮਝਾਇਆ ਕਿ ਸਾਧ ਸੰਗਤ ਦਾ ਇਉਂ ਫਲ ਹੈ, ਜੀਵਨ ਇਉਂ ਬਦਲਦਾ ਹੈ। ਕਾਵਾਂ ਤੋਂ ਬਗਲਿਆਂ ਤੋਂ ਹੰਸ ਬਣਾ ਦਿੰਦਾ ਹੈ, ਹੰਸਾਂ ਤੋਂ ਦੇਵਤੇ ਬਣਾ ਦਿੰਦਾ ਹੈ। ਇਹ ਪੂਰੇ ਗੁਰੂ ਦੀ ਵਡਿਆਈ। ਭਾਈ ਗੁਰਦਾਸ ਜੀ ਕਹਿੰਦੇ, ਪਸ਼ੂ ਪ੍ਰਿਤੋਂ ਦੇਵ ਕਰ, ਪੂਰੇ ਸਤਿਗੁਰ ਦੀ ਵਡਿਆਈ, ਪੂਰੇ ਗੁਰੂ ਦੀ ਵਡਿਆਈ ਹੈ। तो साध संगत लाजमी है। तदे गुरु अर्जन देव जी मंग की रहे, कहते कोई जन हर स्यों देवै जोर। कोई जन कोई ते होवे जीवन च जिहड़ा मैनू रब नाल जोड़े, जिहदे तो मैं जिहदे कोल जावां ते मैनू परमात्मा दे नाम दी सेहत मिले, सोझी मिले। चरण गहों बकों शुभ रसना, मैं उहदे चरण फड़ लवां, मिठे मिठे बोल बोलां, ਉਹਦੇ ਅੱਗੇ ਝੁਕ ਕੇ ਆਜ਼ਜ਼ੀ ਨਾਲ ਰਵਾਂ, ਕਿਉਂਕਿ ਇਹੋ ਜਿਹੇ ਲੋਕ ਬੜੇ ਘੱਟ ਮਿਲਦੇ ਆ। ਦੁਨਿਆਵੀ ਲੋਕ ਤੇ ਰਿਸ਼ਤਾ ਟੁੱਟੂ ਚਾਰ ਹੋਰ ਬਣ ਜਾਂਦੇ ਆ। ਇੱਥੋਂ ਨਹੀਂ ਲਓਗੇ ਇੱਕ ਚੀਜ਼, ਇਹ ਦੁਕਾਨ ਤੇ ਦੁਕਾਨ ਵਾਲਾ ਔਖਾ ਹੁੰਦਾ, ਚਾਰ ਦੁਕਾਨਾਂ ਨਾਲ ਹੋਰ ਨੇ, ਉੱਥੋਂ ਲੈ ਲਓ। ਪਰ ਜਿਹੜਾ ਅੰਦਰ ਦਾ ਸੌਦਾ ਹੈ, ਦੁਕਾਨਾਂ ਬਥੇਰੀਆਂ ਨੇ, ਸੌਦਾ ਬਿਰਲੇ ਕੋਲ ਹੀ ਆ। ਸੱਚਾ ਸੌਦਾ ਲਿਖਾਈ ਬਥੇਰੇ ਫਿਰਦੇ, ਸੌਦਾ ਸੌਦਾ ਹੁੰਦਾ ਨਹੀਂ, ਬਸ ਬੋਰਡਾਂ 'ਤੇ ਲਿਖਿਆ ਹੁੰਦਾ ਸੱਚਾ ਸੌਦਾ। ਇਸ ਲਈ ਜੀਵਨ ਵਿੱਚ ਅਗਰ ਕਿਤੇ ਮਿਲ ਜਾਏ, ਜੀਵਨ ਵਿੱਚ ਐਸਾ ਗੁਰਮੁਖ ਗੁਰੂ ਕਾ ਪਿਆਰਾ, ਤੇ ਫਿਰ ਉੱਥੋਂ ਹੀ ਲਓ, ਖਰੀਦੋ ਸੌਦਾ, ਭਟਕਦੇ ਨਾ ਫਿਰੋ, ਨਿਮਰਤਾ ਵਿੱਚ ਰਹੋ, ਮਿੱਠੇ ਬੋਲ ਬੋਲੋ। ਦੀਜੈ ਪ੍ਰਾਣ ਕੋਰ, ਪ੍ਰਾਣ ਵੀ ਭੇਟਾ ਕਰਨੇ ਪੈ ਜਾਣ ਤੇ ਪਿੱਛੇ ਨਾ ਹਟੋ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਮਨ ਤਨ ਨਿਰਮਲ ਕਰਤ ਕਿਆਰੋ। ਕੋਈ ਵਿਰਲਾ ਹੀ ਗੁਰਮੁਖ ਹੈ, ਭਾਵੇਂ ਕਿ ਇਹ ਬਹੁਤ ਵੱਡੀ ਖੇਡ ਹੈ, ਪਰ ਬੜੇ ਵਿਰਲੇ ਲੋਕ ਇਸ ਮਾਰਗ ਤੇ ਚੱਲਦੇ, ਜਿਹੜੇ ਆਪਣੇ ਮਨ ਨੂੰ, ਆਪਣੇ ਤਨ ਨੂੰ ਨਿਰਮਲ ਕਰਦੇ। ਜਿਵੇਂ ਕਿਸਾਨ ਆਪਣੇ ਕਿਆਰਿਆਂ ਨੂੰ ਖੇਤੀ ਬੀਜਣ ਤੋਂ ਪਹਿਲਾਂ ਸਾਫ਼ ਕਰਦਾ, ਵਿਰਲੇ ਗੁਰਮੁਖ ਆਪਣੇ ਅੰਦਰ ਨੂੰ ਸ਼ੋਧਦੇ ਹਨ। ਹਰ ਸਿੰਚੈ ਸੁਧਾ ਸੰਜੋਰ, ਵਿਰਲਾ ਹੀ ਹੈ ਜਿਹੜਾ ਆਪਣੇ ਅੰਤਹਿਕਰਨ ਹਿਰਦੇ ਦੇ ਅੰਦਰ ਹਰੀ ਨਾਮ ਦੇ ਬੀਜ ਨੂੰ ਬੀਜਦਾ ਹੈ, ਹਰੀ ਨਾਮ ਅੰਮ੍ਰਿਤ ਦੇ ਛੱਟੇ ਮਾਰਦਾ ਹੈ। ਯਾ ਰਸ ਮਹਿ ਮਗਨ ਹੋਤ ਕਿਰਪਾ ਤੇ, ਇਸ ਨਾਮ ਰਸ ਵਿੱਚ ਕਾਲੀ ਨਾਲ ਨਹੀਂ, ਜ਼ੋਰ ਨਾਲ ਨਹੀਂ, ਚਲਾਕੀ ਨਾਲ ਨਹੀਂ, ਧੱਕੇ ਨਾਲ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ ਇਸ ਰਸ 'ਚ ਪ੍ਰਵੇਸ਼ ਹੋਇਆ ਜਾ ਸਕਦਾ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਗੁਰੂ ਦੀ ਕਿਰਪਾ, ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਰਸ ਵਿੱਚ ਮਗਨ ਹੋਇਆ ਜਾ ਸਕਦਾ ਹੈ।
ਮਹਾ ਵਿਖਿਆ ਤੇ ਤੋਰ। ਤੇ ਉਹ ਜਨ ਮਹਾ ਵਿਸ਼ਿਆਂ ਤੋਂ ਆਪਣੀ ਸੁਰਤ ਨੂੰ, ਆਪਣੇ ਸੰਬੰਧ ਨੂੰ ਤੋੜ ਲੈਂਦੇ ਆ। ਵਿਸ਼ੇ ਵਿਕਾਰ ਪੰਜ ਨੇ ਜਿਹੜੇ, ਇਹਨਾਂ ਤੋਂ ਤੋੜ ਲੈਂਦੇ। ਆਇਓ ਸ਼ਰਨ ਦੀਨ ਦੁਖ ਭੰਜਨ। हे ਪ੍ਰਮਾਤਮਾ, ਦੁੱਖਾਂ ਨੂੰ ਕੱਟਣ ਵਾਲੇ ਵਾਹਿਗੁਰੂ, ਮੈਂ ਤੇਰੀ ਸ਼ਰਨ ਆਇਆ ਹਾਂ। ਚਿਤਵਾਂ ਤੁਮਰੀ ਔਰ, ਮੈਂ ਤੇਰੇ ਵਾਲਾ ਰਾਹ, ਤੇਰੇ ਵਾਲਾ ਪੱਖ ਚੇਤੇ ਵਿੱਚ ਕਰਦਾ, ਨਿਹਾਰਦਾ ਹਾਂ, ਵੇਖਦਾ ਹਾਂ, ਵੇਖਦਾ ਹਾਂ ਤੇਰੇ ਮਾਰਗ ਵੱਲ ਨੂੰ। ਮੇਰੇ ਤੇ ਕਿਰਪਾ ਕਰ। ਆਪੈ ਪਦ ਦਾਨ ਸਿਮਰਨ ਸੁਆਮੀ ਕੋ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਅਭੈ ਪਦ ਵੀ, ਨਿਰਖੌਫ ਪਦ ਵੀ, ਡਰਾਂ ਤੋਂ ਉੱਤੇ ਚੁੱਕ ਦਿੰਦਾ ਹੈ। ਲੋਕ